ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਦੇ ਲੁਕਵੇਂ ਸੱਚ। ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖਿੱਚੋਤਾਣ ਚੱਲਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਦਾ ਨਵਜੋਤ ਸਿੰਘ ਸਿੱਧੂ ਨੂੰ ਸਪੋਰਟ ਮਿਲਦਾ ਦਿਖਾਈ ਦੇ ਰਿਹਾ। ਕੀ ਕੁਝ ਕਹਿੰਦੇ ਨੇ ਸੁਖਜਿੰਦਰ ਸਿੰਘ ਰੰਧਾਵਾ? ਉਹਨਾਂ ਨੇ ਸਿੱਧੇ ਤੌਰ ਤੇ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਸਰਕਾਰ ਅਤੇ ਉਹਨਾਂ ਦੇ ਕਰੀਬੀ ਅਫਸਰਾਂ ਦੇ ਖਿਲਾਫ ਮੋਰਚਾ ਖੋਲ੍ਹਿਆ। ਇਸ ਤੇ ਗੱਲਬਾਤ ਕਰਾਂਗੇ ਤੇ ਨਾਲ ਗੱਲਬਾਤ ਕਰਾਂਗੇ ਕਿ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਰਹੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਫੇਰ ਬਦਲ ਹੋਣਾ ਹੈ ਤੇ ਰਾਵਤ ਜਿਹੜੇ ਆ ਉਹ ਵੀ ਪੰਜਾਬ ਦੀ ਇੰਚਾਰਜੀ ਛੱਡਣ ਲਈ ਕਾਹਲੇ ਨੇ, ਕਿਉਂਕਿ ਉੱਤਰਾਖੰਡ ਦੇ ਵਿੱਚ ਵੀ ਚੋਣਾਂ ਨੇ ਤੇ ਉਹਨਾਂ ਦੀ ਜਗ੍ਹਾ ਤੇ ਇੱਕ ਨਵੇਂ ਚਿਹਰੇ ਨੂੰ ਲਾਉਣ ਦੀ ਕਵਾਇਦ ਸ਼ੁਰੂ ਹੈ ਕਾਂਗਰਸ ਦੇ ਵੱਲੋਂ। ਕਿਹੜੇ ਨਵੇਂ ਚਿਹਰੇ ਨੂੰ ਥਾਂ ਮਿਲ ਸਕਦੀ ਹੈ ਪੰਜਾਬ ਕਾਂਗਰਸ ਦੇ ਇੰਚਾਰਜ ਦੇ ਤੌਰ ਤੇ, ਇਸ ਤੇ ਵੀ ਵਿਸਤਾਰਪੂਰਵਕ ਚਰਚਾ ਕਰਾਂਗੇ। ਤੇ ਮੇਰੇ ਨਾਲ ਚਰਚਾ ਲਈ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਤੇ ਬਾਅਦ ਚ ਕਰਦੇ ਹਾਂ ਵਿਚਾਰ ਚਰਚਾ। ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਸਾਹਿਬ ਕਿਵੇਂ ਦੇਖਦੇ ਹੋ? ਸਵੇਰੇ ਅਸੀਂ ਦੱਸਿਆ ਸੀ ਸੁਖਜਿੰਦਰ ਸਿੰਘ ਰੰਧਾਵਾ ਦੇ ਬਾਰੇ, ਉਦੋਂ ਸ਼ਾਇਦ ਬਿਆਨ ਕੁਝ ਹੋਰ ਸੀ, ਪਰ ਹੁਣ ਜਿਸ ਤਰੀਕੇ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਸਿੱਧੇ ਤੌਰ ਤੇ ਚਿੱਠੀ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਸਰਕਾਰ ਅਤੇ ਉਹਨਾਂ ਦੇ ਕਰੀਬੀ ਅਫਸਰਾਂ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ, ਕਹਿ ਸਕਦੇ ਹਾਂ ਕਿ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੂੰ ਸਮਰਥਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ। ਸਿੱਧੂ ਸਾਹਿਬ, ਐਕਚੁਅਲੀ ਗੱਲ ਜਿਹੜੀ ਇਹ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜਿਹੜਾ ਮੋਰਚਾ ਇਹ ਖੋਲ੍ਹਿਆ ਗਿਆ, ਇਹ ਸ਼ਾਇਦ ਮੋਰਚਾ ਖੋਲ੍ਹਣ ਦਾ ਜਿਹੜਾ ਕਾਰਨ ਆ ਮੇਨ, ਜਿਹੜਾ ਪਿਛਲੇ ਜਾਂ ਕੱਲ੍ਹ ਜਾਂ ਪਰਸੋਂ ਜਿਹੜੀਆਂ ਅਫਵਾਹਾਂ ਚੱਲਦੀਆਂ ਪਈਆਂ ਕਿ ਪੰਜਾਬ ਕਾਂਗਰਸ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਰੱਦੋ ਬਦਲ ਜਿਹੜੀ ਹੋ ਸਕਦੀ ਆ, ਔਰ ਉਸ ਸੰਬੰਧ ਦੇ ਵਿੱਚ ਜਿਹੜੇ ਮਾਝੇ ਦੇ ਵਿੱਚੋਂ 2 ਮੰਤਰੀਆਂ ਦੀ ਜਿਹੜੀ ਛੁੱਟੀ ਆ ਉਹ ਯਕੀਨੀ ਤੌਰ ਤੇ ਤੈਅ ਹੈਗੀ ਆ। ਤਾਂ ਉਸ ਸੰਦਰਭ ਦੇ ਵਿੱਚ ਜਿਹੜੇ ਨੇ ਅਸੀਂ ਕਹਿ ਸਕਦੇ ਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਉਹਨਾਂ ਮੰਤਰੀਆਂ ਦੇ ਵਿੱਚੋਂ ਇਹ ਸਮਝੇ ਜਾ ਰਿਹਾ ਕਿ ਜਿਨ੍ਹਾਂ ਦੀ ਛੁੱਟੀ ਜਿਹੜੀ ਹੋਣੀ ਜਿਹੜੀ ਆ ਆਮ ਤੌਰ ਤੇ ਕਾਂਗਰਸੀ ਹਲਕਿਆਂ ਅਨੁਸਾਰ ਜਾਂ ਅਫਵਾਹਾਂ ਦੇ ਅਨੁਸਾਰ ਛੁੱਟੀ ਹੋ ਸਕਦੀ ਹੈ, ਤੈਅ ਹੈਗੀ ਆ। ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਨੇ ਇਹ ਜਿਹੜਾ ਮੋਰਚਾ ਖੋਲ੍ਹਿਆ ਗਿਆ, ਜਾਂ ਕੱਲ੍ਹ ਜਿਸ ਤਰੀਕੇ ਨਾਲ ਉਹਨਾਂ ਨੇ ਬਿਆਨ ਕਿਹਾ ਔਰ ਅੱਜ ਉਹਨਾਂ ਨੇ ਬਕਾਇਦਾ ਤੌਰ ਤੇ ਜਿਹੜੀ ਚਿੱਠੀ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਯਾਦ ਕਰਾਈ ਹੈ, ਉਹਨਾਂ ਦੀ ਕਾਰਜਸ਼ੈਲੀ ਦੇ ਉੱਤੇ ਜਿਹੜਾ ਪ੍ਰਸ਼ਨ ਚਿੰਨ੍ਹ ਲਗਾਇਆ, ਸ਼ਾਇਦ ਇਹ ਉਸੇ ਦਾ ਹੀ ਸਿੱਟਾ। ਇਹ ਇੱਕ ਅਲੱਗ ਪੱਖ ਹੈਗਾ। ਹੁਣ ਜੇਕਰ ਦੂਜਾ ਪੱਖ ਦੀ ਗੱਲ ਕਰੀਏ ਤਾਂ ਇਹ ਬਿਲਕੁਲ ਤੁਹਾਡੇ ਪ੍ਰਸ਼ਨ ਦੀ ਪ੍ਰੋੜਤਾ ਕਰਦਾ ਕਿ ਕਿਸ ਤਰੀਕੇ ਦੇ ਨਾਲ ਸੁਖਜਿੰਦਰ ਸਿੰਘ ਰੰਧਾਵੇ ਵੱਲੋਂ ਬਿਲਕੁਲ ਉਸੇ ਮੁੱਦੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਚਿੱਠੀ ਲਿਖੀ ਗਈ ਆ, ਜਿਸ ਮੁੱਦੇ ਨੂੰ ਲੈ ਕੇ ਹਰ ਰੋਜ਼ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਟਵੀਟ ਜਿਹੜੇ ਨੇ ਆ ਰਹੇ ਨੇ। ਇਸ ਵੇਲੇ ਬਿਜਲੀ ਸੰਕਟ ਜਿਹੜਾ ਪੰਜਾਬ ਦੇ ਲੋਕਾਂ ਵਾਸਤੇ ਇੱਕ ਗੰਭੀਰ ਜਿਹੜੀ ਉਹ ਸਮੱਸਿਆ ਬਣਿਆ ਹੋਇਆ, ਔਰ ਕੋਈ ਵੀ ਅਜਿਹਾ ਖੇਤਰ ਨਹੀਂ ਆ ਪੰਜਾਬ ਦਾ ਜਿਹੜਾ ਇਸ ਸੰਕਟ ਤੋਂ ਮੁਕਤ ਹੋਵੇ, ਚਾਹੇ ਉਹ ਕਿਸਾਨੀ ਵਰਗ ਹੈਗਾ, ਚਾਹੇ ਉਹ ਘਰੇਲੂ ਖਪਤਕਾਰ ਨੇ, ਚਾਹੇ ਇੰਡਸਟਰੀ ਆ, ਕੋਈ ਵੀ ਹੈ, ਸਾਰੇ ਜਿਹੜੇ ਨੇ ਉਹ ਬਿਜਲੀ ਸੰਕਟ ਦੇ ਨਾਲ ਇਸ ਵੇਲੇ ਜੂਝਦੇ ਪਏ ਨੇ। ਤਾਂ ਪਰ ਜਿਹੜੀ ਅਸਲੀ ਗੱਲ ਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਕਹਿ ਸਕਦੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਇਸ ਪਾਸੇ ਘੱਟ ਧਿਆਨ ਦੇ ਰਹੀ ਆ, ਔਰ ਦੂਜੇ ਪਾਸੇ ਕਾਂਗਰਸੀ ਰੱਦੋ ਬਦਲ ਬਾਜ਼ਾਰ ਦੇ ਵਿੱਚ ਕਿਹਨੂੰ ਠੋਕਣਾ ਆ, ਕਿਹਨੂੰ ਤਾਂ ਚੁੱਕਣਾ, ਸ਼ਾਇਦ ਉਹ ਇਸ ਮੁੱਦੇ ਤੇ ਚੱਲ। ਤਾਂ ਇਹੋ ਜਿਹੇ ਸਾਰੇ ਸੀਨ ਦੇ ਵਿੱਚ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਜਦੋਂ ਆਪਣੀ ਇੱਕ ਚਿੱਠੀ ਲਿਖਦੇ ਆ, ਔਰ ਚਿੱਠੀ ਲਿਖ ਕੇ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਅਫਸਰਸ਼ਾਹੀ ਆ ਉਹਦੇ ਉੱਤੇ ਉਹਨਾਂ ਨੇ ਉਂਗਲ ਜਿਹੜੀ ਉਠਾਈ ਆ। ਉਹਨਾਂ ਨੇ ਕਿਹਾ ਕਿ ਜਿਹੜੇ ਇਹ ਜੋ ਸੰਕਟ ਪੰਜਾਬ ਦੇ ਵਿੱਚ ਹੋਇਆ, ਉੱਥੇ ਸਰਕਾਰੀ ਨੀਤੀਆਂ ਜਾਂ ਜਿਹੜੇ ਬਿਜਲੀ ਸਮਝੌਤੇ ਉਹ ਤਾਂ ਜ਼ਿੰਮੇਵਾਰ ਹਨ ਹੀ ਹਨ, ਪਰ ਉਹਦੇ ਨਾਲ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਬਣਦੀ ਆ, ਜਿਹੜਾ PCPCL ਜਿਹੜਾ ਹੈਗਾ, ਉਹਦੇ ਜਿਹੜੇ ਅਫਸਰ ਨੇ ਉਹਨਾਂ ਦੀ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਬਣਦੀ ਹੈ, ਜਿਨ੍ਹਾਂ ਨੇ ਸਮੇਂ ਸਿਰ ਇਸ ਸੰਕਟ ਨੂੰ ਹੱਲ ਕਰਨ ਵਾਸਤੇ ਕੋਈ ਯੋਜਨਾ ਜਿਹੜੀ ਆ ਨਹੀਂ ਬਣਾਈ। ਉਹਨਾਂ ਨੇ ਜਿਸ ਤਰੀਕੇ ਨਾਲ ਸਿੱਧੂ ਮਿਸਮੈਨੇਜਮੈਂਟ ਦੀ ਗੱਲ ਕਰਦੇ ਆ, ਉਹਨਾਂ ਨੇ ਵੀ ਮਿਸਮੈਨੇਜਮੈਂਟ ਕਹੀ ਹੈ ਕਿ ਮਿਸਮੈਨੇਜਮੈਂਟ ਨੈਚੁਰਲੀ ਤੌਰ ਤੇ ਹੈਗੀ ਹੈ, ਜਿਸ ਕਾਰਨ ਜੇਕਰ ਮੈਨੇਜਮੈਂਟ ਠੀਕ ਹੁੰਦੀ, ਮਿਸਮੈਨੇਜਮੈਂਟ ਨਾ ਹੁੰਦੀ, ਤਾਂ ਮੈਨੇਜਮੈਂਟ ਠੀਕ ਹੁੰਦੀ, ਦਰੁਸਤ ਹੁੰਦੀ, ਤਾਂ ਜੋ ਕੁਝ ਅੱਜ ਵਾਪਰਦਾ ਪਿਆ ਬਿਜਲੀ ਦੇ ਸੰਕਟ ਜਾਂ ਲੰਬੇ ਲੰਬੇ ਕੱਟਾਂ ਦਾ ਲੋਕਾਂ ਨੂੰ ਜਿਹੜਾ ਝੱਲਣਾ ਪੈ ਰਿਹਾ, ਇਹਦੇ ਸੰਬੰਧੀ ਉਹ ਪਹਿਲਾਂ ਹੀ ਜਿਹੜੀ ਅਫਸਰਸ਼ਾਹੀ ਕਰ ਸਕਦੀ ਹੈ। ਪਰ ਅਫਸਰਸ਼ਾਹੀ ਜਿਹੜੀ ਆ ਉਹ ਇਸ ਗੱਲ ਤੋਂ ਬਿਲਕੁਲ ਅਣਗੌਲੀ, ਇਸ ਗੱਲ ਨੂੰ ਉਹਨਾਂ ਨੇ ਅਣਗੌਲਿਆ ਕਰ ਦਿੱਤਾ, ਇਸ ਗੱਲ ਵੱਲ ਉਹਨਾਂ ਨੇ ਜਿਹੜਾ ਉਹ ਧਿਆਨ ਨਹੀਂ ਦਿੱਤਾ। ਤੇ ਜਿਸ ਦਾ ਸੰਤਾਪ ਜਿਹੜਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ, ਤਾਂ ਉਹਦੇ ਵਿੱਚ ਚਿੱਠੀ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਇਹਨਾਂ ਅਫਸਰਾਂ ਦੇ ਖਿਲਾਫ ਬਕਾਇਦਾ ਤੌਰ ਤੇ ਕਾਰਵਾਈ ਕਰਨ ਦੀ ਗੱਲ ਕੀਤੀ ਆ,
ਔਰ ਨਾਲ ਹੀ ਨਾਲ ਜਿਹੜੀ ਮੈਨੇਜਮੈਂਟ ਆ ਉਹਨੂੰ ਠੀਕ ਕਰਨ ਦੀ ਗੱਲ ਕੀਤੀ ਹੈ। ਉਸ ਦਾ ਕਾਰਨ ਇਹ ਆ ਕਿ ਜਦੋਂ ਪਿਛਲੇ 2 ਸਾਲਾਂ ਤੋਂ ਬਿਜਲੀ ਮੰਤਰੀ ਦਾ ਜਿਹੜਾ ਅਹੁਦਾ ਖਾਲੀ ਹੈਗਾ, ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਹ ਜੁਆਇਨ ਨਹੀਂ ਕੀਤਾ, ਤਾਂ ਕੁਦਰਤੀ ਤੌਰ ਤੇ ਉਹ ਮਹਿਕਮਾ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਨਿਗਰਾਨੀ ਦੇ ਹੇਠ ਆ। ਤਾਂ ਜੇਕਰ ਉਹ ਜਦੋਂ ਉਹਨਾਂ ਦੀ ਨਿਗਰਾਨੀ ਹੇਠ ਆਇਆ, ਕਿਉਂਕਿ ਜ਼ਿੰਮੇਵਾਰ ਉਸ ਪਰਿਵਾਰ ਦੇ ਉਹ ਨੇ, ਤਾਂ ਕੋਈ ਵੀ ਜਿਹੜੀ ਗੱਲ ਬਣਦੀ ਹੈ ਤਾਂ ਕੁਦਰਤੀ ਤੌਰ ਤੇ ਉਹਨਾਂ ਦੇ ਸਵਾਲ ਉੱਠਣੇ ਜਿਹੜੇ ਨੇ ਸੁਭਾਵਿਕ ਨੇ, ਤੇ ਉਹਨਾਂ ਨੂੰ ਸਵਾਲ ਕਰਦਾ ਵੀ ਜਿਹੜਾ ਸੁਭਾਵਿਕ ਹੈ। ਤਾਂ ਸੁਖਜਿੰਦਰ ਸਿੰਘ ਰੰਧਾਵੇ ਨੇ ਕੋਈ ਅਜਿਹੀ ਜੱਗੋਂ ਤੇਰਵੀਂ ਗੱਲ ਜਿਹੜੀ ਆ ਉਹ ਨਹੀਂ ਕੀਤੀ। ਹਾਂ, ਕਿਉਂਕਿ ਉਹ ਉਸ ਖੇਤਰ ਨਾਲ ਸੰਬੰਧਿਤ ਨੇ, ਪੇਂਡੂ ਖੇਤਰ ਨਾਲ ਸੰਬੰਧਿਤ ਨੇ, ਜਿੱਥੋਂ ਦੀ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਲੋਕਾਂ ਦੇ ਵਿੱਚ ਜਾਣਾ। ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਤਾਂ ਸ਼ਾਇਦ ਕੋਈ ਬੰਦਾ ਨਾ ਪੁੱਛੇ, ਕਿਉਂਕਿ ਇਹ ਉਹ ਵਿਧਾਇਕ ਨੇ ਜਿਨ੍ਹਾਂ ਲੋਕਾਂ ਦੇ ਵਿੱਚ ਵਿਚਰਨਾ ਤੇ ਲੋਕਾਂ ਦੀਆਂ ਵੋਟਾਂ ਜਿਹੜੀਆਂ ਨੇ ਲੈਣੀਆਂ ਨੇ। ਤਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਤੁਹਾਨੂੰ ਤੁਹਾਡੀ ਜ਼ਿੰਮੇਵਾਰੀ ਸੀ ਇਹ ਕੈਪਟਨ ਸਾਹਿਬ ਦੀ, ਇਹ ਜ਼ਿੰਮੇਵਾਰੀ ਤੁਹਾਡੀ ਬਣਦੀ ਆ, ਔਰ ਉਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਬਣਦੀ ਉਹ ਤੁਹਾਡੇ ਹੇਠਲੇ ਅਫਸਰਾਂ ਦੀ ਬਣਦੀ ਹੈ। ਤੁਹਾਨੂੰ ਉਹਨਾਂ ਦੇ ਵਿਰੁੱਧ ਜਿਹੜੀ ਉਹ ਕਾਰਵਾਈ ਉਹ ਕਰਨੀ ਚਾਹੀਦੀ ਹੈ। ਹੁਣ ਇਸ ਚੀਜ਼ ਨੂੰ ਅਗਰ ਅਸੀਂ ਨਵਜੋਤ ਸਿੱਧੂ ਦੇ ਨਾਲ ਜੋੜ ਕੇ ਵੇਖੀਏ ਤਾਂ ਠੀਕ ਹੈ, ਨਵਜੋਤ ਸਿੱਧੂ ਅੱਜ ਦਾ ਨਹੀਂ, ਬੜੇ ਚਿਰਾਂ ਦਾ ਉਹ ਪੰਜਾਬ ਦੇ ਹੱਕੀ ਮੰਗਾਂ ਦੀ ਜਾਂ ਲੋਕ ਮੁੱਦਿਆਂ ਦੀ ਜਿਹੜੀ ਉਹ ਗੱਲ ਕਰ ਰਹੇ ਨੇ। ਤਾਂ ਕਈ ਵਾਰੀ ਅਸੀਂ ਵਿਚਾਰ ਚਰਚਾਵਾਂ 'ਚ ਗੱਲ ਕਰਦੇ ਹਾਂ ਕਿ ਨਵਜੋਤ ਸਿੱਧੂ ਨੇ ਮੁੱਦਾ ਉਠਾਇਆ, ਉਸ ਤੋਂ ਬਾਅਦ ਪ੍ਰਗਟ ਸਿੰਘ ਹੁਣੀ ਲਾਈਨ 'ਚ ਆਏ, ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਆਇਆ, ਇੱਕ ਲੰਮਾ ਕਾਰਵਾ ਜਿਹੜਾ ਉਹ ਬੰਦਾ ਗਿਆ। ਤਾਂ ਉਹ ਕਾਰਵਾ ਜਿਹੜਾ ਹੈ, ਜਿਹੜੇ ਉਸ ਕਾਰਵਾ ਵਿੱਚ ਉਹੀ ਲੋਕ ਸ਼ਾਮਲ ਨੇ ਜਿਹੜੇ ਪੰਜਾਬ ਦੇ ਲੋਕਾਂ ਦੇ ਕਾਰਵਾ। ਇਹ ਸਵਾਲ ਇਸ ਲਈ ਵੀ ਉੱਠਣਾ ਲਾਜ਼ਮੀ ਹੈ ਅਣਖੀ ਸਾਹਿਬ, ਜਦੋਂ ਇਹ ਕਾਰਵਾ ਬਣਿਆ ਤੇ ਕਾਰਵਾ ਬਣਨ ਤੋਂ ਬਾਅਦ ਇਹਨਾਂ ਨੇ ਕੈਪਟਨ ਧੜੇ ਨੇ ਗੱਲ ਪਹੁੰਚਾਈ ਸੋਨੀਆ ਗਾਂਧੀ ਦੇ ਖੇਮੇ ਤੱਕ, ਸੋਨੀਆ ਗਾਂਧੀ ਤੱਕ, ਹਾਈ ਕਮਾਨ ਤੱਕ ਪਹੁੰਚਾਈ। ਉਹਨਾਂ ਨੇ ਇਹ ਕਾਰਵਾ ਨੂੰ ਇੱਕ ਤਰੀਕੇ ਨਾਲ ਰੋਕ ਦਿੱਤਾ, ਇੱਕ ਕਮੇਟੀ ਬਣਾ ਕੇ, ਕਹਿੰਦੇ ਕਿ ਭਾਈ ਤੁਸੀਂ ਹੁਣ ਬਿਆਨਬਾਜ਼ੀ ਬੰਦ ਕਰ ਦਿਓ, ਅਸੀਂ ਤੁਹਾਡਾ ਜਿਹੜਾ ਮਾਮਲਾ ਨਿਬੇੜਾਂਗੇ। ਇੱਕ ਤਰੀਕੇ ਦੇ ਨਾਲ ਸਾਰੀਆਂ ਬਿਆਨਬਾਜ਼ੀਆਂ ਹੋ ਗਈਆਂ ਬੰਦ। ਤਾਂ ਹੁਣ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਮਾਮਲੇ ਚੁੱਕ ਰਹੇ ਨੇ ਲੋਕਾਂ ਦੇ, ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਸੀਗੇ ਕਿ ਜੇ ਨਵਜੋਤ ਸਿੰਘ ਸਿੱਧੂ ਚੁੱਪ ਕਰ ਗਿਆ ਇਸ ਕਰਕੇ ਕਿਉਂਕਿ ਉਹਨੂੰ ਕੋਈ ਵੱਡੇ ਅਹੁਦੇ ਦੀ ਆਫਰ ਹੋ ਗਈ ਆ ਤੇ ਹੁਣ ਵੱਡਾ ਅਹੁਦਾ ਲੈ ਲਏਗਾ ਤੇ ਲੋਕਾਂ ਦੀ ਹੁਣ ਆਵਾਜ਼ ਚੁੱਕਣੀ ਕਰ ਦੇਗਾ ਬੰਦ। ਤੇ ਉਸ ਤੋਂ ਬਾਅਦ ਕੀ ਹੋਇਆ, ਨਵਜੋਤ ਸਿੰਘ ਸਿੱਧੂ ਨਹੀਂ ਚੁੱਪ ਹੋਏ ਤੇ ਹੁਣ ਨਵਜੋਤ ਸਿੰਘ ਸਿੱਧੂ ਫਿਰ ਬੋਲਦੇ ਰਹੇ। ਹਾਲਾਂਕਿ ਬਾਕੀ ਲੀਡਰ ਚੁੱਪ ਦੇ ਚੁੱਪ ਹੀ ਸੀ, ਪਰ ਜਦੋਂ ਦੇਖਿਆ ਕਿ ਭਾਈ ਨਵਜੋਤ ਸਿੰਘ ਸਿੱਧੂ ਹਲੇ ਵੀ ਬੋਲਦਾ ਜਾ ਰਿਹਾ, ਲੋਕਾਂ ਦੇ ਵਿੱਚ ਉਹਦਾ ਕੱਦ ਤੇ ਆਧਾਰ ਵੱਧਦਾ ਜਾ ਰਿਹਾ, ਉਹਨੂੰ ਦੇਖਦਿਆਂ ਹੁਣ ਇੱਕ ਵਾਰ ਫਿਰ ਤੋਂ ਕਾਰਵਾ ਉਹ ਬਣਨਾ ਸ਼ੁਰੂ ਹੋ ਗਿਆ, ਉਹਦੇ ਮਗਰ ਲੀਡਰ ਲੱਗਣੇ ਸ਼ੁਰੂ ਹੋ ਗਏ ਨੇ। ਕਿਉਂਕਿ ਹਾਈ ਕਮਾਨ ਦੀ ਜਿਹੜੀ ਚੁੱਪੀ ਬਣਾਈ ਹੋਈ ਸੀ ਉਹ ਚੁੱਪੀ ਬਣਾਈ ਰੱਖੀ, ਪਰ ਜਦੋਂ ਨਵਜੋਤ ਨੇ ਤੋੜੀ ਫਿਰ ਉਸ ਤੋਂ ਬਾਅਦ ਪ੍ਰਗਟ ਨੇ ਵੀ ਤੋੜੀ ਦੁਬਾਰਾ ਤੋਂ, ਤੇ ਉਸ ਤੋਂ ਬਾਅਦ ਹੁਣ ਸੁਖਜਿੰਦਰ ਰੰਧਾਵਾ ਨੇ ਵੀ ਦੁਬਾਰਾ ਤੋੜੀ। ਕਿਵੇਂ ਦੇਖਦੇ ਹੋ ਕਿ ਹੁਣ ਇਹ ਦੁਬਾਰਾ ਜਿਹੜਾ ਕਾਰਵਾ ਬਣਨਾ ਸ਼ੁਰੂ ਹੋ ਗਿਆ, ਜਿਹੜਾ ਕਾਰਵਾ ਰੋਕਿਆ ਸੀ ਪਹਿਲਾਂ ਹਾਈ ਕਮਾਨ ਨੇ? ਸਿੱਧੂ ਸਾਹਿਬ ਦੇਖੋ, ਕਾਰਵਾ ਬਣਨਾ ਰੋਕਣਾ ਜਿਹੜਾ ਨਾ ਉਹ ਹੋਰ ਗੱਲ ਆ। ਹਾਈ ਕਮਾਨ ਨੇ ਰੋਕਿਆ, ਹਾਈ ਕਮਾਨ ਨੇ ਤਾਂ ਠੀਕ ਰੋਕਿਆ, ਨਵਜੋਤ ਸਿੱਧੂ ਵੀ ਰੋਕਿਆ, ਪ੍ਰਗਟ ਸਿੰਘ ਵੀ ਰੋਕਿਆ, ਸੁਖਜਿੰਦਰ ਸਿੰਘ, ਕੋਈ ਮੰਤਰੀ ਨਹੀਂ ਬੋਲਿਆ। ਗੱਲ ਇਹ ਆ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਕੋਈ ਬੰਦਾ ਗੱਲ ਨਹੀਂ ਕਰ ਰਿਹਾ। ਕਿਸੇ ਨੇ ਕੋਈ ਕਿਸੇ ਦੀ ਨਿੱਜੀ ਸ਼ਖਸੀਅਤ ਦੇ ਖਿਲਾਫ ਕੋਈ ਪ੍ਰਸ਼ਨ ਨਹੀਂ ਉਠਾਇਆ। ਹਾਂ, ਇਸ ਜਿਹੜੇ ਲੋਕ ਮੁੱਦੇ ਨੇ, ਜਿਹੜੀਆਂ ਲੋਕਾਂ ਦੀਆਂ ਲੋੜਾਂ ਨੇ, ਲੋਕਾਂ ਦੀਆਂ ਜ਼ਰੂਰਤਾਂ ਨੇ, ਉਹਨਾਂ ਸੰਬੰਧੀ ਤਾਂ ਹਾਈ ਕਮਾਨ ਨੇ ਤਾਂ ਨਹੀਂ ਨਾ ਕਿਹਾ ਕਿ ਤੁਸੀਂ ਉਹਨਾਂ ਦੀ ਗੱਲ ਹੀ ਨਾ ਕਰੋ। ਜੇਕਰ ਲੋਕ ਮੁੱਦਿਆਂ ਦੇ ਸੰਬੰਧੀ, ਜੇ ਲੋਕ ਜ਼ਰੂਰਤਾਂ ਦੇ ਸੰਬੰਧੀ, ਲੋਕ ਹਿੱਤਾਂ ਦੇ ਪ੍ਰਤੀ ਜੇਕਰ ਹਾਈ ਕਮਾਨ ਨੇ ਡੱਕਿਆ ਹੁੰਦਾ ਤਾਂ ਹਾਈ ਕਮਾਨ 18 ਮੁੱਦਿਆਂ ਦੀ ਲਿਸਟ ਜਿਹੜੀ ਆ। ਪਰ ਬਹੁਤ ਸਾਰੇ ਲੀਡਰ ਜਿਹੜੇ ਰਵਨੀਤ ਬਿੱਟੂ ਵਰਗੇ, ਮਨੀਸ਼ ਤਿਵਾੜੀ ਵਰਗੇ, ਉਹ ਇਹ ਗੱਲਾਂ ਕਹਿ ਰਿਹਾ ਕਿ ਇਹ ਭਾਈ ਪਾਰਟੀ ਦੇ ਖਿਲਾਫ ਦੀਆਂ ਗਤੀਵਿਧੀਆਂ ਨੇ ਤੇ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ। ਤੇ ਹੁਣ ਜੇ ਪਾਰਟੀ ਦੇ ਖਿਲਾਫ ਵਾਕਈ ਗਤੀਵਿਧੀਆਂ ਹੁੰਦੀਆਂ ਤਾਂ ਠੀਕ ਹੈ, ਨਵਜੋਤ ਸਿੰਘ ਸਿੱਧੂ ਦੀਆਂ ਤੁਸੀਂ ਗਤੀਵਿਧੀਆਂ ਪਾਰਟੀ ਦੇ ਖਿਲਾਫ ਮੰਨ ਸਕਦੇ ਹੋ, ਤਾਂ ਪਰ ਉਹਦੇ ਖਿਲਾਫ ਉਹਨੂੰ ਦੇਖੋ ਹੋਰ ਵੀ ਲੀਡਰ ਬੋਲ ਰਹੇ ਨੇ। ਜੇ ਪਾਰਟੀ ਖਿਲਾਫ ਗਤੀਵਿਧੀਆਂ ਹੁੰਦੀਆਂ ਤਾਂ ਫਿਰ ਦੂਜਾ ਨਹੀਂ ਸੀ ਬੋਲਣਾ, ਨਾ ਪ੍ਰਗਟ ਨੇ ਬੋਲਣਾ ਸੀ ਤੇ ਨਾ ਸੁਖਜਿੰਦਰ ਰੰਧਾਵਾ ਨੇ ਬੋਲਣਾ ਸੀ। ਜੇਕਰ ਉਹ ਹੁਣ ਵੀ ਸਵਾਲ ਚੁੱਕ ਰਹੇ ਨੇ ਇਟ ਮੀਨਸ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਸਹੀ ਤੇ ਸਪਸ਼ਟ ਗੱਲ ਕਰ ਰਹੇ ਨੇ। ਦੇਖੋ, ਉਹੀ ਗੱਲ ਮੈਂ ਤੁਹਾਡੇ ਵੱਲ ਆ ਰਿਹਾ ਕਿ ਜੇਕਰ ਇਹ ਗੱਲ ਪਾਰਟੀ ਦੇ ਖਿਲਾਫ ਹੁੰਦੀ ਤਾਂ ਜਦੋਂ 18 ਮੁੱਦਿਆਂ ਦੀ ਲਿਸਟ ਕੈਪਟਨ ਅਮਰਿੰਦਰ ਸਿੰਘ ਨੂੰ ਫੜਾਈ ਗਈ, ਉਹ ਨਾ ਫੜਾਈ ਗਈ ਹੁੰਦੀ, ਉਦੋਂ ਸਾਰੇ ਚੁੱਕ ਕੇ ਕਰਾ ਦਿੱਤਾ ਜਾਂਦਾ। ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਜਿਹੜੇ 56 ਹੋਰ ਵਧਾਏ ਗਏ ਸੀ ਨਾ, ਉਹਨਾਂ ਦੀਆਂ ਗੱਲਾਂ ਸੁਣ ਕੇ ਹੀ ਜਿਹੜੀ ਲਿਸਟ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਫੜਾਈ ਸੀ। ਤਾਂ ਜਦੋਂ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਦੀ ਗੱਲ ਕਰਦਾ, ਇਹਦੇ ਵਿੱਚ ਤੁਸੀਂ ਦੱਸੋ ਹਾਂ ਕਿ ਕਿਹੜੀ ਗੱਲ ਜਿਹੜੀ ਆ ਉਹ ਪਾਰਟੀ ਵਿਰੋਧੀ ਹੈ। ਜੇਕਰ ਸੁਖਜਿੰਦਰ ਸਿੰਘ ਰੰਧਾਵਾ ਚਿੱਠੀ ਲਿਖ ਕੇ ਇਹ ਗੱਲ ਕਹਿੰਦਾ ਕਿ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆ ਨੂੰ ਹੱਲ ਕੀਤਾ ਜਾਵੇ, ਇਹ ਪਾਰਟੀ ਵਿਰੋਧੀ ਜੇ ਹੈਗੀ ਆ ਤਾਂ ਠੀਕ, ਹਾਈ ਕਮਾਨ ਫਿਰ ਵੇਖ ਲੂਗੀ। ਜੇਕਰ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕਿ ਹਾਂ ਵੀ ਕੁਝ ਇਹਨਾਂ ਲੋਕਾਂ ਨਾਲ ਜਿਹੜਾ ਦੀ ਗੱਲ ਕੀਤੀ ਹੈ ਸੁਣ ਲਓ, ਇਹਨਾਂ ਲੋਕਾਂ ਦੇ ਮਸਲੇ ਹੱਲ ਕਰੋ, ਜੇ ਤੇ ਲੋਕਾਂ ਦੇ ਮਸਲੇ ਹੱਲ ਕਰਨੇ ਜਾਂ ਲੋਕ ਮੁੱਦਿਆਂ ਦੀ ਗੱਲ ਕਰਨੀ ਪਾਰਟੀ ਹਾਈ ਕਮਾਨ ਦੀਆਂ ਨਜ਼ਰਾਂ 'ਚ ਬਗਾਵਤ ਆ,
ਤਾਂ ਫਿਰ ਸਿੱਧੂ ਸਾਹਿਬ ਬੜੇ ਚਿਰ ਪਹਿਲਾਂ ਤਾਂ ਇਹ ਫੈਸਲਾ ਹੋ ਚੁੱਕਾ ਹੁੰਦਾ ਜੇ ਹਾਈਕਮਾਨ ਜਿਹੜੀ ਏਡੀ ਬੇਵਕੂਫ ਨਹੀਂ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਕਿਹੜੀ ਗੱਲ ਤੇ ਐਕਸ਼ਨ ਲੈਣਾ ਤੇ ਕਿਹੜੀ ਗੱਲ ਤੇ ਐਕਸ਼ਨ ਨਹੀਂ ਲੈਣਾ। ਹਾਂ, 2-4 ਬੰਦੇ ਜਿਨ੍ਹਾਂ ਦੇ ਤੁਸੀਂ ਨਾਮ ਲਏ ਨੇ, ਜਿਸ ਤਰ੍ਹਾਂ ਮਨੀਸ਼ ਤਿਵਾੜੀ ਆ ਜਾਂ ਰਵਨੀਤ ਬਿੱਟੂ ਆ, ਉਹਨਾਂ ਦਾ ਬੋਲਣਾ ਸੁਭਾਵਿਕ ਹੈਗਾ। ਅਜੇ ਤੀਜਾ ਨਾਮ ਤੁਸੀਂ ਛੱਡ ਕੇ ਜੇ ਡਾਕਟਰ ਰਾਜਕੁਮਾਰ ਵੇਰਕਾ, ਕਿਉਂਕਿ ਉਹਨਾਂ ਦਾ ਨਾਮ ਵੀ ਤੁਹਾਨੂੰ ਲੈਣਾ ਚਾਹੀਦਾ, ਪਤਾ ਨਹੀਂ ਕਿਉਂ ਤੁਸੀਂ ਛੱਡਤਾ। ਉਹ ਜ਼ਰੂਰੀ ਲਿਆ ਕਰੋ ਪਹਿਲਾਂ, ਕਿਉਂਕਿ ਸਭ ਤੋਂ ਪਹਿਲਾਂ ਕਾਲੇ ਤੋਂ ਪਏ ਹੁੰਦੇ ਮੂਹਰੇ ਤਾਂ ਉਹੀ ਹੁੰਦੇ ਆ। ਬਿਲਕੁਲ ਅੱਜ ਕੱਲ ਉਹ ਪੂਰਾ ਜਚਾ ਰਿਹਾ ਕਿ ਮੈਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਪਾਲਣਹਾਰ ਹਾਂ ਤੇ ਮੈਨੂੰ ਹੀ ਕੈਪਟਨ ਅਮਰਿੰਦਰ ਸਿੰਘ ਨੇ ਹਨੂੰਮਾਨ ਜਿੱਦਾਂ ਰਾਮ ਦੀ ਰਕਸ਼ਾ ਕਰ ਰਹੇ ਸੀ। ਹਾਲਾਂਕਿ ਮੈਂ ਉਹਨਾਂ ਦੇ ਨਾਲ ਕੰਪੈਰੀਜ਼ਨ ਨਹੀਂ ਕਰ ਰਿਹਾ, ਪਰ ਜਿਸ ਤਰੀਕੇ ਦੇ ਨਾਲ ਬੜਾ ਜੁੜੇ ਹੋਏ ਸੀ ਹਨੂੰਮਾਨ ਜੀ ਸ਼੍ਰੀ ਰਾਮ ਦੇ ਨਾਲ, ਉਸੇ ਤਰੀਕੇ ਨਾਲ ਆਪਣੇ ਆਪ ਨੂੰ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਮੈਂ ਜਿਹੜਾ ਹੈਗਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਦਾ ਬੜਾ ਵੱਡਾ ਪਾਲਣਹਾਰ ਬਣ ਕੇ ਉਹਨਾਂ ਦੇ ਨਾਲ ਜਾ ਰਿਹਾ। ਜੇ ਕੋਈ ਰੁੱਸਦਾ ਲੀਡਰ ਤਾਂ ਵੀ ਕੈਪਟਨ ਅਮਰਿੰਦਰ ਸਿੰਘ ਮੈਨੂੰ ਹੀ ਭੇਜਦੇ ਆ, ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਪੂਰਥਲਾ ਹਾਊਸ ਦੇ ਵਿੱਚ ਬੈਠ ਕੇ ਕੋਈ ਸਲਾਹ ਮਸ਼ਵਰਾ ਕਰਨਾ ਹੁੰਦਾ ਤਾਂ ਵੀ ਮੈਨੂੰ ਹੀ ਸਾਦੇ ਆ। ਅੱਜ ਕੱਲ੍ਹ ਉਹ ਬੜਾ ਨਜ਼ਦੀਕੀ ਆਪਣੇ ਆਪ ਨੂੰ ਸ਼ੋਅ ਕਰ ਰਹੇ ਆ। ਅਸਲ ਚ ਗੱਲ ਦੱਸਾਂ ਕਿ ਇਹੋ ਜਿਹੇ ਬੰਦੇ ਜਿਹੜੇ ਨਾ ਚਲੋ ਬੜੇ ਉਹ ਸਤਿਕਾਰਤ ਨੇ, ਮਤਲਬ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਉਹ ਵਾਕਿਆ ਹੀ ਪਾਲਣਹਾਰ ਆ ਜਾਂ ਮਤਲਬ ਉਹਨਾਂ ਦੀਆਂ ਸਮੱਸਿਆਵਾਂ ਦਾ ਸੰਕਟ ਮੋਚਨ ਬਣ ਕੇ ਸਾਹਮਣੇ ਆਏ ਕਿ ਜਦੋਂ ਉਹਨਾਂ ਨੇ ਅਸ਼ਵਨੀ ਸੇਖੜੀ ਦੇ ਸੰਦਰਭ ਚ ਲੜਾਈ ਨੂੰ ਖਤਮ ਕੀਤਾ। ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਮਤਲਬ 2-3 ਬੰਦੇ ਜਿਸ ਤਰ੍ਹਾਂ ਬੋਲਣ ਵਾਲੇ ਏਦਾਂ ਦੇ ਬੰਦੇ ਹਰ ਪਾਰਟੀ ਚ ਹੁੰਦੇ ਆ। ਇੱਕ ਅਨੰਦਪੁਰ ਸਾਹਿਬ ਦੇ ਲਾਗੇ ਵੀ ਸ਼੍ਰੋਮਣੀ ਅਕਾਲੀ ਦਲ ਚ ਵੀ ਹੈ, ਉਹ ਅਜੇ ਸੁਖਬੀਰ ਬਾਦਲ ਹੋਣੀ ਬੋਲੋ ਨਾ ਬੋਲੋ ਉਹਨਾਂ ਨੇ ਪੈਨ ਪਹਿਲਾਂ ਹੀ ਕੱਢਿਆ ਹੁੰਦਾ। ਮੈਂ ਡਾਕਟਰ ਸਾਹਿਬ ਦੀ ਗੱਲ ਕਰ ਰਿਹਾ, ਇਹੀ ਕੰਮ ਡਾਕਟਰ ਰਾਜਕੁਮਾਰ ਵੇਰਕਾ ਦਾ। ਇਹ ਆਪਣੇ ਆਪ ਹੀ ਆਪਣੇ ਪੀਏ ਨੂੰ ਕਹਿੰਦੇ ਵੀਡੀਓ ਬਣਾਓ ਤੇ ਦਵਾ ਸੈਂਡ ਕਰੋ ਪੱਤਰਕਾਰਾਂ ਨੂੰ। ਉਹੀ ਗੱਲ ਹੈ ਨਾ, ਮਤਲਬ ਉਹ ਸਮੱਸਿਆਵਾਂ ਨੇ ਮਤਲਬ ਚਲੋ ਸੁਪਨੇ ਲੈਣੇ ਕੋਈ ਹਰਜ ਨਹੀਂ ਹੁੰਦੇ। ਉਦੋਂ ਡਾਕਟਰ ਦਲਜੀਤ ਸਿੰਘ ਚੀਮਾ, ਉਦੋਂ ਵਿਰਸਾ ਸਿੰਘ ਬਲਟੋਆ। ਚੇਤਾ ਆ ਰਿਹਾ ਅਣਖੀ ਸਾਹਿਬ, ਮੈਂ ਕਿਸੇ ਭਾਜਪਾ ਦੇ ਲੀਡਰ ਦੀ ਇੰਟਰਵਿਊ ਕਰ ਰਿਹਾ ਸੀ, ਇਸ ਵਕਤ ਉਹ MP ਹੈ, ਤੇ ਮੈਂ ਉਹਦੀ ਇੰਟਰਵਿਊ ਕਰ ਰਿਹਾ ਸੀ ਤੇ ਉਹਨੇ ਮੈਨੂੰ ਆਫ ਦੀ ਰਿਕਾਰਡ ਗੱਲ ਕਹੀ। ਕਹਿੰਦਾ ਯਾਰ ਪਤਾ ਨਹੀਂ ਜਦੋਂ ਮੈਂ ਬੋਲਣ ਲੱਗਦਾ ਆਨਲਾਈਨ, ਤੇ ਕਹਿੰਦਾ ਜਦੋਂ ਮੈਂ ਆਨਲਾਈਨ ਹੁੰਨਾ ਜਾਨੀ ਕਹਿੰਦੇ ਜਦੋਂ ਆਨਲਾਈਨ ਹੁੰਨਾ ਤਾਂ ਪਤਾ ਨਹੀਂ ਕੀ ਗੱਲ ਆ। ਕਹਿੰਦੇ ਲੋਕਾਂ ਨੇ ਪਹਿਲਾਂ ਹੀ ਪਤਾ ਨਹੀਂ ਗਾਲਾਂ ਟਾਈਪ ਕੀਤੀਆਂ ਪਈਆਂ ਹੁੰਦੀਆਂ। ਕਹਿੰਦਾ ਜਿਵੇਂ ਮੈਂ ਲਾਈਵ ਹੋਵਾਂ ਥੱਲੇ ਕਹਿੰਦੇ ਗਾਲਾਂ ਹੀ ਲਿਖਣ, ਗਾਲਾਂ ਆਉਣ ਲੱਗ ਜਾਂਦੀਆਂ, ਖੜੀ ਪਹਿਲਾਂ ਹੀ ਕਹਿੰਦਾ ਟਾਈਪ ਕਰਕੇ ਰੱਖੀਆਂ ਪਈਆਂ ਹੁੰਦੀਆਂ। ਉਹੀ ਗੱਲ ਰਾਜਕੁਮਾਰ ਵੇਰਕਾ ਹੋਣਾ ਦੀ ਆ। ਹਾਲੇ ਕਿਸੇ ਨੇ ਬਿਆਨ ਦੇਣਾ ਬਾਅਦ ਚ ਹੁੰਦਾ, ਪਤਾ ਨਹੀਂ ਇਹਨੂੰ ਕਿਵੇਂ ਪਤਾ ਨਹੀਂ ਪਹਿਲਾਂ ਹੀ ਪਤਾ ਲੱਗ ਜਾਂਦਾ। ਉਹਨਾਂ ਦਾ ਬਿਆਨ ਹਜੇ ਪੱਤਰਕਾਰਾਂ ਕੋਲ ਬਾਅਦ ਚ ਆਉਂਦਾ, ਇਹਨਾਂ ਦਾ ਰਿਐਕਸ਼ਨ ਉਸ ਬਿਆਨ ਦੇ ਉੱਪਰ ਪਹਿਲੇ ਪਹੁੰਚ ਜਾਂਦਾ ਪੱਤਰਕਾਰਾਂ ਦੇ ਕੋਲ। ਕਈ ਵਾਰੀ ਤਾਂ ਪੱਤਰਕਾਰਾਂ ਨੂੰ ਵੀ ਸਮਝ ਨਹੀਂ ਆਉਂਦੀ ਕਿ ਭਾਈ ਇਹ ਵੇਰਕਾ ਸਾਹਿਬ ਦਾ ਕਿਸ ਬਿਆਨ ਤੇ ਰਿਐਕਸ਼ਨ ਆਇਆ। ਮੈਂ ਸਭ ਉਹ ਨਾ ਮਤਲਬ ਬਿਆਨ ਭਰੇ ਸਿਰਫ ਨਾ ਹੀ ਖਾਲੀ ਥਾਂ ਜਿਹੜੀ ਹੁੰਦੀ ਉੱਥੇ ਨਾ ਹੀ ਲਿਖਣਾ ਹੁੰਦਾ ਕਿ ਉਹਦੇ ਮਤਲਬ ਉਸ ਸੰਬੰਧ ਚ ਅਸੀਂ ਕਹਿ ਰਹੇ ਹਾਂ। ਚਲੋ ਗੱਲ ਅਸੀਂ ਆਪਣੇ ਵਿਸ਼ੇ ਵੱਲ ਲਾਉਂਦੇ ਹਾਂ ਕਿ ਆਹ ਜਿਹੜੇ 2-3 ਬੰਦੇ ਨੇ, ਜੇਕਰ ਇਹਨਾਂ ਦੀਆਂ ਨਜ਼ਰਾਂ 'ਚ ਇਸ ਤਰ੍ਹਾਂ ਦੀ ਗੱਲ ਹੋ ਸਕਦੀ, ਰਵਨੀਤ ਬਿੱਟੂ ਨਵਾਂ ਹੁਣ ਜਿਸ ਤਰ੍ਹਾਂ ਹੋਰ ਸੰਕਟ ਮਨੀਸ਼ ਤਿਵਾੜੀ ਹੁਣੀ ਆਏ ਨੇ, ਡਾਕਟਰ ਸਾਹਿਬ ਨੇ, ਤਾਂ ਇਹਨਾਂ ਦਾ ਇਹ ਗੱਲਾਂ ਕਹਿਣੀਆਂ ਸੁਭਾਵਿਕ ਨੇ ਕਿਉਂਕਿ ਇਹ ਉਸ ਦਾਇਰੇ 'ਚ ਹੀ ਨੇ ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਛਵੀ ਜਾਂ ਉਹਦੇ ਪਰਛਾਵੇਂ ਦੇ ਵਿੱਚ ਰਹਿ ਕੇ ਹੀ ਇਹ ਆਪਣੇ ਆਪ ਨੂੰ ਪ੍ਰਫੁੱਲਤ ਕਰਦੇ ਨੇ। ਸਿੱਧੂ ਸਾਹਿਬ ਆਮ ਤੌਰ ਤੇ ਯੁੱਗ ਇੱਕ ਨਾਮ ਪਛਾਣਿਆ ਜਾਂਦਾ, ਜਿਵੇਂ ਬਾਦਲ ਯੁੱਗ। ਜਦੋਂ ਬਾਦਲ ਦਾ ਪ੍ਰਕਾਸ਼ ਸਿੰਘ ਬਾਦਲ ਹੋਣ ਦਾ ਯੁੱਗ ਸੀ, ਉਸ ਯੁੱਗ ਦੇ ਥੱਲੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਇੱਕ ਸੀ, ਉਹਦੇ ਥੱਲੇ ਕੋਈ ਲੀਡਰ ਉੱਠ ਨਹੀਂ ਸਕਿਆ, ਆਪਣਾ ਅਸਤਿਤਵ ਨੂੰ ਕਾਇਮ ਨਹੀਂ ਕਰ ਸਕਿਆ। ਉਸੇ ਤਰ੍ਹਾਂ ਹੀ ਹੁਣ ਦਾ ਜਿਹੜਾ ਦੌਰ ਆ ਉਹ ਕੈਪਟਨ ਦਾ ਯੁੱਗ ਆ। ਕੈਪਟਨ ਦੇ ਯੁੱਗ ਦੇ ਵਿੱਚ ਆ ਜਿੰਨੇ ਵੀ ਹਨ ਇਹ ਉਸ ਤੋਂ ਉੱਪਰ ਆਪਣਾ ਆਧਾਰ ਨਹੀਂ ਬਣਾ ਸਕੇ। ਤੇ ਜੇਕਰ ਕੈਪਟਨ ਉਸ ਯੁੱਗ ਦੇ ਵਿੱਚੋਂ ਇੱਕ ਬੰਦਾ ਹੋਰ ਨਿਕਲਿਆ ਸਾਈਡ ਤੇ ਹੋ ਕੇ ਆਪਣਾ ਆਧਾਰ, ਆਪਣੀ ਸ਼ਖਸੀਅਤ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਕੱਦ ਤੋਂ ਵੀ ਤਾਹ ਕਰ ਦਿੱਤਾ, ਜਿਹਦਾ ਨਾਮ ਨਵਜੋਤ ਸਿੰਘ ਸਿੱਧੂ ਆ, ਤੇ ਜੇ ਅਗਲੇ ਕੋਲੋਂ ਇਹ ਨਹੀਂ ਟੋਲਰੇਟ ਹੁੰਦਾ, ਨਹੀਂ ਇਹ ਗੱਲ ਹੁੰਦੀ, ਤਾਂ ਇਹ ਉਹਨਾਂ ਦੀ ਸਮੱਸਿਆ ਨਾ। ਤੁਸੀਂ ਲੋਕਾਂ ਨੂੰ ਨਹੀਂ, ਲੋਕਾਂ ਦੇ ਦਿਲਾਂ ਦੇ ਵਿੱਚੋਂ ਲੋਕਾਂ ਦੇ ਜੋ ਉਹਨਾਂ ਵੱਲੋਂ ਸੋਚਦੇ ਸੋਚਾਂ ਤੇ ਤੁਸੀਂ ਪਹਿਰਾ ਨਹੀਂ ਲਾ ਸਕਦੇ। ਉਹ ਕੱਦ ਉਹਦਾ ਨਿਕਲ ਗਿਆ। ਕੈਪਟਨ ਯੁੱਗ ਦਾ ਜਿਹੜਾ ਅੰਤਿਆ ਹੋ ਚੁੱਕਾ। ਜਿਸ ਤਰੀਕੇ ਨਾਲ ਪ੍ਰਗਟ ਸਿੰਘ ਹੋਣਾ, ਆਪਾਂ ਫਿਰ ਕੋਟ ਕਰਨਾ, ਪ੍ਰਗਟ ਸਿੰਘ ਹੋਣਾ ਨੇ ਗੱਲ ਕੀਤੀ ਕਿ ਚਿਹਰੇ ਆਧਾਰ ਦਾ ਰਾਜਨੀਤੀ ਜਿਹੜੀ ਹੁੰਦੀ ਆ, ਜਿਸ ਤਰ੍ਹਾਂ ਬਾਦਲ ਯੁੱਗ ਸੀ, ਪ੍ਰਕਾਸ਼ ਸਿੰਘ ਬਾਦਲ ਨੇ ਕਿੰਨੇ ਲੀਡਰ ਉਹਦੇ ਥੱਲੇ ਆਏ, ਜੇ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਕਈ ਬੰਦੇ ਆਏ, ਪਰ ਪ੍ਰਕਾਸ਼ ਸਿੰਘ ਬਾਦਲ ਦੇ ਕੱਦ ਦੇ ਬਰਾਬਰ ਕੋਈ ਨਹੀਂ ਪਹੁੰਚ ਸਕਿਆ। ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਆਏ 2002 ਤੋਂ 2007 ਤੱਕ, ਜਾਂ ਪਹੁੰਚ ਸਕਿਆ ਨਹੀਂ ਤੇ ਜਾਂ ਫਿਰ ਪਹੁੰਚਣ ਦਿੱਤਾ ਨਹੀਂ, ਨਾ ਪਹੁੰਚਣ ਦਿੱਤਾ। ਹਾਂ, ਇਹ ਜ਼ਿਆਦਾ ਦਾ ਪਹੁੰਚਣ ਦਿੱਤਾ। ਚਲੋ ਉਹਨਾਂ ਦੀ ਸ਼ਖਸੀਅਤ ਦਾ ਕ੍ਰਿਸ਼ਮਾਈ ਪੱਖ ਜਿਹੜਾ ਹੈਗਾ, ਸਿੱਧੂ ਸਾਹਿਬ ਤੁਸੀਂ ਉਹਨੂੰ ਸਾਈਡ ਲਾਈਨ ਨਹੀਂ ਕਰ ਸਕਦੇ। ਪ੍ਰਕਾਸ਼ ਸਿੰਘ ਬਾਦਲ ਦੀ ਸ਼ਖਸੀਅਤ ਜਿਹੜੀ ਹੈ ਇੱਕ ਪ੍ਰੋੜ ਸਿਆਸਤਦਾਨ ਦੀ ਹੈ। ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਨਾ ਉੱਥੋਂ ਤੱਕ ਪਹੁੰਚੇ ਹੋਣ। ਚਲੋ 2002 ਚ 2007 ਚ ਕੈਪਟਨ ਯੁੱਗ ਸ਼ੁਰੂ ਹੋਇਆ। ਬੀਬੀ ਰਜਿੰਦਰ ਕੌਰ ਭੱਠਲ ਆਈ। ਭੱਠਲ ਦਾ ਕੀ ਹਾਲ ਕੀਤਾ ਸਾਰੀ ਦੁਨੀਆ ਜਾਣਦੀ ਹੈ। ਕੈਪਟਨ ਸਾਹਿਬ ਨੂੰ ਉਹੀ ਗੱਲ ਨਹੀਂ, ਹੁਣ ਕੈਪਟਨ ਸਾਹਿਬ ਦੇ ਬਰਾਬਰ ਤੋਂ ਤਾਂ ਇੱਕ ਕੱਦ ਆਪਣੇ ਆਪ ਉੱਭਰ ਕੇ ਸਾਹਮਣੇ ਆ, ਯੁੱਗ ਜਿਹੜਾ ਉਹ ਅੰਤ ਦਾ। ਤਾਂ ਇਹ ਗੱਲ ਜਿਹੜੀ ਹੈ ਇਹਨਾਂ ਲੋਕਾਂ ਨੂੰ ਹਜ਼ਮ ਨਹੀਂ ਹੁੰਦੀ। ਤਾਂ ਜੇਕਰ ਉਹ ਲੋਕ ਜਿਹੜੇ ਲੋਕ ਹਿੱਤਾਂ ਦੀ ਗੱਲ ਕਰਦੇ, ਜਿਹਨਾਂ ਲੋਕਾਂ ਦੀ ਕਚਹਿਰੀ 'ਚ ਜਾਣਾ, ਜਿਹਦੇ ਸੁਖਜਿੰਦਰ ਸਿੰਘ ਰੰਧਾਵਾ ਆ, ਉਹਨੇ ਕਿਹੜੀ ਗੱਲ ਵਿੱਚ ਗਲਤ ਕਹੀ ਆ? ਕੋਈ ਗੱਲ ਨਹੀਂ, ਠੀਕ ਹੈ, ਕਿਉਂਕਿ ਉਹ ਇਸ ਵੇਲੇ
ਕੈਪਟਨ ਸਾਹਿਬ ਨਾਲ ਨਾਰਾਜ਼ ਚੱਲਦੇ, ਕੈਪਟਨ ਸਾਹਿਬ ਉਹਨਾਂ ਨਾਲ ਨਾਰਾਜ਼ ਹੋ ਸਕਦੇ, ਉਹ ਕਹਿੰਦੇ ਕਿ ਸਾਡੇ ਨਾਲ ਨਾਰਾਜ਼ਗੀ ਸਾਡੀ ਕੋਈ ਨਹੀਂ, ਮੁੱਦਿਆਂ ਦੀ ਗੱਲ ਕਰਨੀ ਆ। ਤਾਂ ਇਹ ਜਿਹੜੀ ਸਥਿਤੀ ਜਿਹੜੀ ਚੱਲ ਰਹੀ ਹੈ ਸਾਹਿਬ, ਇਹਦੇ ਵਿੱਚ ਕੁਝ ਵੀ ਗੱਲ ਨਹੀਂ ਆ, ਕਿਉਂਕਿ ਜੇਕਰ ਤੁਸੀਂ ਲੋਕਾਂ 'ਚ ਵਿਚਰਨਾ, ਕਿਉਂਕਿ ਜੇਕਰ ਤੁਸੀਂ ਲੋਕਾਂ ਦਾ ਸੁਧਾਰ ਕਰਦੇ ਜੇ, ਲੋਕ ਹਨ ਤਾਂ ਤੁਸੀਂ ਜੇ ਲੋਕ ਨਹੀਂ ਤਾਂ ਫਿਰ ਤੁਹਾਡਾ ਕੋਈ ਆਧਾਰ ਨਹੀਂ ਸਰ। ਲੋਕਾਂ ਨੇ ਤੁਹਾਡੇ ਚਿਹਰੇ ਨਹੀਂ ਵੇਖਣੇ, ਲੋਕਾਂ ਨੂੰ ਉਹਨਾਂ ਲੋੜਾਂ ਦੀ, ਲੋਕਾਂ ਦੇ ਉਹਨਾਂ ਮੁੱਦਿਆਂ ਦੀ, ਲੋਕਾਂ ਦੇ ਉਹਨਾਂ ਹਿੱਤਾਂ ਦੀ ਪੂਰਤੀ ਜਿਹੜੀ ਜ਼ਰੂਰੀ ਆ, ਉਹਨਾਂ ਦੀ ਆਵਾਜ਼ ਉਠਾਉਣ ਵਾਲਾ ਹੋਣਾ ਚਾਹੀਦਾ। ਤਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਹੜੀ ਚਿੱਠੀ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਯਾਦ ਦਵਾਈ ਔਰ ਉਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ। ਅਣਖੀ ਸਾਹਿਬ, ਇੱਕ ਇਹ ਵੀ ਅਹਿਮ ਪੁਆਇੰਟ ਹੈ ਕਿ ਜਿਵੇਂ ਇਹ ਚਰਚਾਵਾਂ ਨੇ ਕਿ ਕੈਬਨਿਟ ਦੇ ਵਿੱਚ ਵਿਸਥਾਰ ਹੋਣਾ ਹੈ ਤੇ ਕਈ ਉਹ ਬੰਦਿਆਂ ਦੀ, ਉਹ ਮੰਤਰੀਆਂ ਨੂੰ ਛੁੱਟੀ ਹੋ ਸਕਦੀ ਹੈ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਨੇ, ਤਾਂ ਉਹਨਾਂ ਦੇ ਵਿੱਚ ਕਈ ਨਾਮ ਲਏ ਜਾ ਰਹੇ ਆ। ਤਾਂ ਉਹਨਾਂ ਦੇ ਵਿੱਚੋਂ ਇੱਕ ਸੁਖਜਿੰਦਰ ਸਿੰਘ ਰੰਧਾਵਾ ਵੀ ਨੇ। ਸੁਖਜਿੰਦਰ ਸਿੰਘ ਰੰਧਾਵਾ ਇਸ ਤਰੀਕੇ ਦੇ ਨਾਲ ਮੋਰਚਾ ਖੋਲ ਕੇ ਕਿਤੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ, ਜਿਵੇਂ ਕੱਲ ਸਿੱਧੇ ਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਮੇਰਾ ਸਟੈਂਡ ਨਹੀਂ ਬਦਲਣ ਵਾਲਾ, ਚਾਹੇ ਜੋ ਮਰਜ਼ੀ ਹੋ ਜੇ। ਇੱਕ ਵਾਰੀ ਫਿਰ ਤੋਂ ਉਹਨਾਂ ਦੇ ਵੱਲੋਂ ਅਜਿਹਾ ਕਰਕੇ ਚਿੱਠੀ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ ਤੇ ਸੰਦੇਸ਼ ਦੇਣ ਦੀ ਕੋਸ਼ਿਸ਼ ਤਾਂ ਨਹੀਂ ਕਿ ਜੋ ਕਰਨਾ ਕਰ ਲਓ, ਮੇਰੀ ਮੰਤਰੀ ਪਦ ਤੋਂ ਛੁੱਟੀ ਕਰਨੀ ਹੈ ਕਰ ਲਓ, ਮੈਂ ਚੁੱਪ ਕਰਕੇ ਬਹਿਣ ਵਾਲਾ ਨਹੀਂ। ਬਿਲਕੁਲ, ਇਹ ਵੇਖੋ ਸੁਖਜਿੰਦਰ ਸਿੰਘ ਰੰਧਾਵਾ ਦੇ ਆਪਾਂ ਖੂਨ 'ਚ ਇਹ ਗੱਲ ਕਹਿ ਸਕਦੇ ਕਿ ਇਦਾਂ ਦੀ ਜਿਹੜੀ ਰੀੜ ਦੀ ਹੱਡੀ ਹੈਗੀ ਨਾ, ਮਤਲਬ ਉਹਨਾਂ 'ਚ ਹੈਗੀ, ਉਹਨਾਂ ਦੇ ਖੂਨ 'ਚ ਇਦਾਂ ਦਾ ਤੱਤ ਹੈਗਾ। ਕਿਉਂਕਿ ਜੇ ਉਹਨਾਂ ਦੇ ਫਾਦਰ ਦਾ ਇਤਿਹਾਸ ਤੁਸੀਂ ਦੇਖੋ, ਸਰਦਾਰ ਸੰਤੋਖ ਸਿੰਘ ਹੋਣਾ ਦਾ, ਤਾਂ ਉਹ ਵੀ ਆਪਣੇ ਜ਼ਮਾਨੇ ਦੇ ਇੱਕ ਧੜਧੱਲੇਦਾਰ ਔਰ ਧਾਕੜ ਜਿਹੜੇ ਕਾਂਗਰਸ ਦੇ ਪ੍ਰਧਾਨ ਜਿਹੜੇ ਜਾਂ ਨੇਤਾ ਉਹ ਮੰਨੇ ਜਾਂਦੇ ਸਨ। ਔਰ ਵੱਡੀ ਗੱਲ ਇਹਨਾਂ ਨੇ ਵੀ ਆਪਣੀ ਛਵੀ ਜਿਹੜੀ ਇਸ ਸਰਕਾਰ ਦੇ ਵਿੱਚ ਬਣਾਈ ਆ, ਕਾਫੀ ਜ਼ੁਰਤ ਵਾਲੀ ਬਣਾਈ। ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਦੂਸਰੇ ਪਾਸੇ ਜਿਹੜੀ ਸਥਿਤੀ ਆ, ਉਹ ਇੱਕ ਭਾਵਕ ਸਿੱਖ ਵੀ ਨੇ, ਅੰਮ੍ਰਿਤਧਾਰੀ ਸਿੱਖ ਨੇ, ਅੰਮ੍ਰਿਤ ਦਾ ਪੂਰਾ ਪਹਿਰਾ ਦੇਣ ਵਾਲੇ ਬੰਦੇ ਨੇ, ਔਰ ਸਾਫ਼ ਔਰ ਸੁਥਰੀ ਜਿਹੜੀ ਆ ਉਹਨਾਂ ਦੀ ਰਾਜਨੀਤੀ ਆ। ਔਰ ਸ਼ਾਇਦ ਸਿੱਧੂ ਸਾਹਿਬ, ਅੱਜ ਜਦੋਂ ਆਪਾਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤਾਂ ਉਸ ਤੋਂ ਮਗਰੋਂ ਇੱਕ ਬ੍ਰੇਕਿੰਗ ਨਿਊਜ਼ ਹੋਰ ਚੱਲਦੀ ਪਈ ਸੀ ਕਿ ਬਿਜਲੀ ਬੋਰਡ ਦੇ ਜਿਹੜੇ ਅਧਿਕਾਰੀ ਨੇ, ਉਹਨਾਂ ਨੇ ਮੀਟਿੰਗ ਜਿਹੜੀ ਆ ਇਸ ਮੁੱਦੇ ਤੇ ਕਰਨੀ, ਜਿਹੜੀ ਬਿਜਲੀ ਸੰਕਟ ਦੇ ਸੰਦਰਭ 'ਚ ਕਰਨੀ ਸ਼ੁਰੂ ਕਰ ਦਿੱਤੀ ਆ। ਬਿਜਲੀ ਜਿਹੜੇ ਸਮਝੌਤਿਆਂ ਦਾ ਆ, ਉਹਨਾਂ ਦੀ ਰਿਵੀਜ਼ਨ ਜਿਹੜੀ ਹੋ ਰਹੀ ਆ। ਸੋ ਕਹਿਣ ਦਾ ਅਰਥ ਆ ਕਿ ਇਸ ਵੇਲੇ ਜਿਸ ਤਰੀਕੇ ਦਾ ਦਬਾਅ ਨਵਜੋਤ ਸਿੰਘ ਸਿੱਧੂ ਨੇ ਬਣਾਇਆ, ਜਿਸ ਤਰੀਕੇ ਨਾਲ ਰੋਜ਼ ਸੋਲਰ ਐਨਰਜੀ ਤੇ ਜਾਂ ਬਿਜਲੀ ਸੰਕਟ ਦੇ ਉੱਤੇ ਉਹਨਾਂ ਦੀਆਂ ਸਟੇਟਮੈਂਟਾਂ ਆ ਰਹੀਆਂ ਨੇ, ਔਰ ਅੱਜ ਸੁਖਜਿੰਦਰ ਸਿੰਘ ਰੰਧਾਵਾ ਦੀ ਜਿਹੜੀ ਚਿੱਠੀ ਜਿਹੜੀ ਆਈ ਆ, ਪਤਾ ਨਹੀਂ ਚਿੱਠੀ ਤੇ ਚਲੋ ਉਹਨਾਂ ਨੇ ਫਾਟਦੀ ਅੱਗੇ, ਪਤਾ ਨਹੀਂ ਕੈਪਟਨ ਸਾਹਿਬ ਪੜ੍ਹਦੇ ਆ ਕਿ ਨਹੀਂ ਪੜ੍ਹਦੇ, ਕਿਉਂਕਿ ਉਹਨਾਂ ਵੱਲੋਂ ਇਹ ਵੀ ਹੈਗਾ ਕਿ ਚਿੱਠੀ ਆਈ ਉਹ ਪੰਜਾਬੀ 'ਚ ਪੜ੍ਹਦੇ ਨਹੀਂ। ਜੇ ਉਹਨਾਂ ਨੇ ਇੰਗਲਿਸ਼ 'ਚ ਲਿਖੀ ਹੋਵੇ ਤਾਂ ਹੋ ਸਕਦਾ ਪੜ੍ਹੀ ਗਈ ਹੋਵੇ ਜਾਂ ਕੈਪਟਨ ਸੰਦੀਪ ਸੰਧੂ ਹੋਣਾ ਤੱਕ ਪਹੁੰਚੀ ਹੋਵੇ, ਇਹ ਤਾਂ ਜੇ ਕੋਈ ਪਤਾ ਨਹੀਂ, ਚਿੱਠੀ ਤਾਂ ਉਹਨਾਂ ਨੇ ਲਿਖ ਦਿੱਤੀ। ਪਰ ਅੱਜ ਕੱਲ੍ਹ ਹਾਲਾਤ ਜਿਹੇ ਜਿਹੇ ਬਣੇ ਹੋਏ ਆ, ਤੁਹਾਨੂੰ ਲੱਗਦਾ ਕਿ ਕੈਪਟਨ ਸਾਹਿਬ ਸੁਖਜਿੰਦਰ ਸਿੰਘ ਰੰਧਾਵਾ ਤੇ ਨਵਜੋਤ ਸਿੰਘ ਸਿੱਧੂ ਦੀ ਚਿੱਠੀ ਨੂੰ ਇਗਨੋਰ ਕਰਦੇ ਵੀ ਚਲੋ ਨਵਜੋਤ ਸਿੱਧੂ ਨੇ ਤਾਂ ਲਿਖੀ ਨਹੀਂ, ਪਰ ਸੁਖਜਿੰਦਰ ਰੰਧਾਵਾ ਵੀ ਇਸ ਵਕਤ ਨਵਜੋਤ ਸਿੰਘ ਸਿੱਧੂ ਦੇ ਬਰਾਬਰ ਦੇ ਹੀ ਬੰਬ ਕੈਪਟਨ ਅਮਰਿੰਦਰ ਸਿੰਘ ਦੇ ਲਈ ਬਣਦੇ ਜਾ ਰਹੇ ਆ। ਸਿੱਧੂ ਸਾਹਿਬ, ਹਾਲਾਤ ਤੇ ਇਦਾਂ ਦੇ ਕਿ ਹੁਣ ਕੋਈ ਚਿੱਠੀ ਲੈ ਕੇ ਵੀ ਜਾਂਦਾ ਹੋਊਗਾ ਤਾਂ ਕੈਪਟਨ ਸਾਹਿਬ ਕਹਿੰਦਾ ਕਿ ਪਹਿਲਾਂ ਕਾਕਾ ਆਹ ਜਿਹੜੀਆਂ 2 ਚਿੱਠੀਆਂ ਨਾ ਇਹ ਪੜ੍ਹ ਕੇ ਮੈਨੂੰ ਸੁਣਾ ਦੇ, ਇਹਦੇ ਵਿੱਚ ਕਿਹੜਾ ਅਗਲੇ ਨੇ ਸੱਪ ਕੱਢਿਆ, ਮੈਨੂੰ ਦੱਸ ਦੇ, ਬਾਕੀ ਗੱਲ ਬਾਅਦ 'ਚ ਕਰਦੇ ਆ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਸਥਿਤੀਆਂ ਇਦਾਂ ਦੀਆਂ ਨੇ, ਜਦੋਂ ਰਾਜੇ ਮਹਿਲਾਂ ਦੇ ਵਿੱਚੋਂ ਬਾਹਰ ਆ ਜਾਣ ਤੇ ਇਕੱਲੇ ਬੰਦੇ ਦੇ ਲਾਗੇ ਤੁਰੇ ਫਿਰਨ ਤਾਂ ਸਥਿਤੀਆਂ ਤਾਂ ਫਿਰ ਬਦਲਣੀਆਂ। ਚਿੱਠੀਆਂ ਕੀ ਲੋਕੀ ਦੇ ਅਗਲੇ ਕਾਂ ਦੇ ਹੱਥ ਵੀ ਉਹ ਸੁਣਾ ਭੇਜਣ, ਉਹ ਵੀ ਸੁਣਨ ਨੂੰ ਤਿਆਰ ਹੋਣਗੇ ਕਿ ਹਾਂ ਰੰਧਾਵਾ ਸਾਹਿਬ ਤੁਸੀਂ ਦੱਸੋ, ਉਹ ਚਲੋ, ਪਰ ਫਿਰ ਵੀ ਚਲੋ ਆਪਣੇ ਆਪ ਨੂੰ ਉਹ ਕਹਿੰਦੇ ਕਿ ਸਾਡੀ ਸਥਿਤੀ ਉਹ ਰਾਜਿਆਂ ਵਾਲੀ ਸਥਿਤੀ ਆ। ਕਿਉਂਕਿ ਇਹ ਉਹਨਾਂ ਦਾ ਸੁਭਾਅ ਦਾ, ਕਿਉਂ ਪ੍ਰਤਾਪ ਸਿੰਘ ਬਾਜਵਾ ਨੇ ਅਕਸਰ ਇਹ ਲੈਂਦੇ ਕਿ ਮੈਂ ਭਰਾ ਚਿੱਠੀ ਲਿਖਣਾ, ਮੇਰੀ ਚਿੱਠੀ ਪੜ੍ਹਦੇ ਨਹੀਂ, ਪਰ ਹੁਣ ਸਥਿਤੀਆਂ ਉਹ ਨਹੀਂ ਨੇ। ਸ਼ਾਇਦ ਇਸ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਮੋੜਾ ਪਿਆ, ਇਹਦੇ ਵਾਸਤੇ ਦੇਖੋ ਸਖਤ ਜ਼ਿੰਮੇਵਾਰ ਆ ਨਵਜੋਤ ਸਿੰਘ ਸਿੱਧੂ, ਇਸ ਤੋਂ ਇਲਾਵਾ ਹੋਰ ਤਾਂ ਕੋਈ ਬੰਦਾ ਨਹੀਂ। ਬਾਕੀ ਹਾਂ, ਕਾਰਵਾਈ ਜ਼ਰੂਰ ਬਣਿਆ, ਪ੍ਰਗਟ ਸਿੰਘ ਹੋਣੀ ਬੜੇ ਖੁੱਲ੍ਹ ਕੇ ਬੋਲਦੇ ਨੇ। ਨਵਜੋਤ ਸਿੰਘ ਸਿੱਧੂ ਨੇ ਬਾਕੀ ਲੀਡਰਾਂ ਨੂੰ ਜ਼ੁਬਾਨ ਜ਼ਰੂਰ ਦਿੱਤੀ ਹੈ, ਇਹ ਗੱਲ ਮੰਨਣੀ ਪੈਣੀ। ਬਿਲਕੁਲ ਇਹ ਗੱਲ ਮੰਨਣੀ ਪਊਗੀ ਕਿ ਜੋ ਵੀ ਇਸ ਵੇਲੇ ਗੱਲ, ਵੇਖੋ 7 ਅਪ੍ਰੈਲ ਨੂੰ SIT ਦੀ ਰਿਪੋਰਟ ਰੱਦ ਹੁੰਦੀ ਹੈ। ਕਿਸੇ ਨੇ ਇਹ ਗੱਲ ਸੋਚਿਆ ਸੀ, ਇਹ ਕਿਸੇ ਨੇ ਗੱਲ ਸੁਣੀ ਸੀ ਕਿ ਇੱਕ SIT ਦੀ ਰਿਪੋਰਟ ਰੱਦ ਹੋਣ ਤੋਂ ਬਾਅਦ ਪੰਜਾਬ ਦੀ ਕਾਂਗਰਸ ਸਿਆਸਤ ਵਿੱਚ ਇੱਕ ਭੁਚਾਲ ਆ ਜਾਊਗਾ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਜਿਹੜੀ ਕੁਰਸੀ ਹੈ ਖਿਸਕਦੀ ਮਹਿਸੂਸ ਹੋਊਗੀ? ਕਦੀ ਕਿਸੇ ਨੇ ਸੋਚਿਆ ਨਹੀਂ, ਕਿਉਂਕਿ ਉਹਨਾਂ ਦੀ ਰਾਜਨੀਤੀ ਮੇਰੇ ਸਾਹਮਣੇ ਤਾਂ ਕੋਈ ਤਾਂ ਬੋਲ ਹੀ ਨਹੀਂ ਸਕਦਾ। ਪਰ ਜਦੋਂ ਇੱਕ ਚੰਗਾਰੀ ਜਦੋਂ ਉਹ ਬਣਦੀ ਹੈ ਤਾਂ ਬੜਾ ਵੱਡਾ ਇੱਕ ਜਿਹੜਾ ਉਹ ਭਾਂਬੜ ਜਿਹੜਾ ਮਚਦਾ, ਉਹ ਭਾਂਬੜ ਦੇ ਜੋ ਠੀਕ ਹੈ ਲੋਕਾਂ ਦੇ ਹਿੱਤਾਂ ਦੀ ਜਿਹੜੀ ਗੱਲ ਹੈ ਉਹ ਕੀਤੀ ਹੈ। ਔਰ ਨਵਜੋਤ ਸਿੱਧੂ ਅਸੀਂ ਕਹਿ ਸਕਦੇ ਹਾਂ ਜਾਂ ਸੁਖਜਿੰਦਰ ਸਿੰਘ ਰੰਧਾਵੇ ਹੁਣੀ ਜਿਹੜੇ ਲੋਕ ਮੁੱਦਿਆਂ ਦੀ ਗੱਲ ਕਰਦੇ, ਲੋਕ ਨਾਇਕ ਇਹੋ ਬਣ ਗਏ। ਲੋਕਾਂ ਦੇ ਨੇਤਾ ਇਹੋ ਹੀ ਹੁੰਦੇ ਨੇ, ਇੱਕ ਨਾਇਕ ਹੁੰਦਾ, ਇੱਕ ਲੋਕ ਨਾਇਕ ਹੁੰਦਾ। ਨਾਇਕ ਦੀ ਜਿਹੜੀ ਉਮਰ ਹੁੰਦੀ ਬੜੀ ਥੋੜੀ ਹੁੰਦੀ ਹੈ, ਜਿਹੜਾ ਫਿਲਮ ਦੇ ਵਿੱਚ ਅਸੀਂ ਦਿਖਾਉਂਦੇ ਹਾਂ ਕਿ ਇਹ ਹੀਰੋ ਆ ਫਿਲਮ ਦਾ। ਜਿਹੜਾ ਲੋਕ ਨਾਇਕ ਆ, ਲੋਕ ਨਾਇਕ ਲੋਕਾਂ ਦੇ ਹਿਰਦਿਆਂ 'ਚ ਵਸਦਾ, ਉਹ ਤਾਂ ਕਰਕੇ ਵਸਦਾ ਕਿਉਂਕਿ ਉਹਨਾਂ ਲੋਕਾਂ ਦੇ ਹਿੱਤਾਂ ਦੀ, ਲੋਕਾਂ ਦੇ ਮੂਲ ਕਦਰਾਂ ਕੀਮਤਾਂ ਦੀ ਗੱਲ ਕੀਤੀ ਹੁੰਦੀ ਆ, ਪਹਿਲਾਂ ਦਿੱਤਾ ਹੁੰਦਾ। ਤਾਂ ਇਹ ਉਸ ਸੰਦਰਭ ਦੇ ਵਿੱਚ ਹੀ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਸੁਖਜਿੰਦਰ ਸਿੰਘ ਰੰਧਾਵੇ ਦੀ ਜਿਹੜੀ ਅੱਜ ਦੀ ਚਿੱਠੀ ਗਈ ਆ ਕੈਪਟਨ ਅਮਰਿੰਦਰ ਸਿੰਘ ਹੋਣਾ ਵਾਸਤੇ, ਇੱਕ ਇਹ ਵੀ ਸੰਦੇਸ਼ ਹੈਗਾ ਕਿ ਠੀਕ ਆ, ਤੂੰ ਸਾਡੇ ਖਿਲਾਫ ਜਿਹੜੀ ਕਾਰਵਾਈ ਕਰਨ ਦਾ ਮਨ ਬਣਾ ਰਹੇ ਤੇ ਜ਼ਰੂਰ ਬਣਾਓ, ਅਸੀਂ ਉਸੇ ਤਰੀਕੇ ਨਾਲ ਕਾਇਮ ਆ ਜਿਸ ਮੁੱਦੇ ਤੇ ਅਸੀਂ
ਪਹਿਲਾਂ ਕਾਇਮ ਸਨ। ਔਰ ਇਹੋ ਜਿਹੇ ਮੁੱਦੇ ਨਹੀਂ ਚਾਹੀਦੇ। ਜਿਸ ਤਰ੍ਹਾਂ ਪ੍ਰਗਟ ਸਿੰਘ ਹੁਣੀ ਕਹਿੰਦੇ ਕਿ ਮੈਂ ਇੱਕ ਮੰਤਰੀ ਕੋ ਗਿਆ, ਕਹਿੰਦਾ ਕਿ ਪ੍ਰਗਟ ਮੈਂ ਕੰਮ ਕਰ ਸਕਦਾ, ਪਰ ਇਮਾਨਦਾਰੀ 45 ਸਾਲਾਂ ਬਾਅਦ ਇਦਾਂ ਦਾ ਮੈਨੂੰ ਆਹ ਚੀਜ਼ ਮਿਲੀ ਆ। ਉਹ ਕਹਿੰਦੇ ਕਿ ਚਲੋ ਰੀੜ ਦੀ ਹੱਡੀ ਨਹੀਂ ਹੈਗੀ ਤੇ ਫਿਰ ਕੀ ਫਾਇਦਾ। ਤੇ ਜੇਕਰ ਕੁਝ ਰੀੜ ਦੀ ਹੱਡੀ ਰੱਖ ਕੇ ਕੁਝ ਮੰਤਰੀ ਜਾਂ ਲੋਕ ਗੱਲਾਂ ਕਰਦੇ ਨੇ ਤਾਂ ਉਹਨਾਂ ਦਾ ਸਵਾਗਤ ਕਰਨਾ ਸਾਡਾ ਫਰਜ਼ ਬਣਦਾ, ਉਹਨਾਂ ਨੂੰ ਸਲੂਟ ਕਰਨਾ ਸਾਡੀ ਫਰਜ਼ ਬਣਦਾ, ਡਿਊਟੀ ਕਰਦੀ। ਜੀ ਆਰਕੇ ਸਾਹਿਬ, ਜਿੱਥੇ ਚਰਚਾਵਾਂ ਨੇ ਕਿ ਪ੍ਰਧਾਨ ਬਦਲਿਆ ਜਾਏਗਾ, ਕੈਬਨਿਟ 'ਚ ਵਿਸਤਾਰ ਹੋਏਗਾ ਤਾਂ ਉਪ ਮੁੱਖ ਮੰਤਰੀ ਬਣੇਗਾ, ਤਾਂ ਉੱਥੇ ਚਰਚਾਵਾਂ ਇਹ ਵੀ ਨੇ ਕਿ ਪਿਛਲੇ ਦਿਨੀ ਜਿਵੇਂ ਆਪਾਂ ਖਬਰ ਬ੍ਰੇਕ ਕੀਤੀ ਸੀ, ਸਭ ਤੋਂ ਪਹਿਲਾਂ ਉਹ ਸ਼ਾਇਦ ਆਪਾਂ ਖਬਰ ਬ੍ਰੇਕ ਕੀਤੀ ਸੀ ਸੂਤਰਾਂ ਦੇ ਹਵਾਲੇ ਤੋਂ, ਕਿ ਰਾਵਤ ਜਿਹੜਾ ਚਾਹੁੰਦੇ ਆ ਆਪਣਾ ਅਹੁਦਾ ਛੱਡਣਾ ਪੰਜਾਬ ਦੀ ਇੰਚਾਰਜੀ ਦਾ, ਤਾਂ ਜੋ ਆਪਣੇ ਜਿਹੜੇ ਉੱਤਰਾਖੰਡ ਦੇ ਵਿੱਚ ਜਾ ਕੇ ਉਹ ਪੂਰਾ ਖਿਆਲ ਦੇ ਸਕਣ, ਕਿਉਂਕਿ ਉੱਥੇ ਵੀ ਵੋਟਾਂ ਆਪਣੇ ਨਾਲ ਹੀ ਹੋਣੀਆਂ ਨੇ। ਹੁਣ ਚਰਚਾਵਾਂ ਇਹ ਨੇ ਕਿ ਰਾਵਤ ਦੀ ਜਗ੍ਹਾ ਤੇ ਪ੍ਰਧਾਨ ਵੀ ਨਾਲ ਦੀ ਨਾਲ ਲਗਾਇਆ ਜਾ ਰਿਹਾ ਹੈ ਪੰਜਾਬ ਕਾਂਗਰਸ ਦਾ ਹਾਈ ਕਮਾਂਡ ਦੇ ਵੱਲੋਂ, ਕਹਿੰਦੇ ਰਾਜੀਵ ਸ਼ੁਕਲਾ ਪ੍ਰਧਾਨ ਬਣ ਜਾ ਰਹੇ ਨੇ। ਕਿਵੇਂ ਦੇਖਦੇ ਹੋ? ਮੈਨੂੰ ਤੁਹਾਡੀ ਗੱਲ ਪ੍ਰਸ਼ਨ ਜਿਹੜਾ ਕੀਤਾ, ਮੈਨੂੰ ਕੋਈ ਗੱਲ ਯਾਦ ਆ ਗਈ, ਹਾਸਾ ਜਿਹਾ ਆ ਗਿਆ। ਮਤਲਬ ਹਰੀਸ਼ ਰਾਵਤ ਦੀ ਬਦਲੀ ਹੋ ਰਹੀ ਹੈ, ਮਤਲਬ ਉਹਨਾਂ ਦੀ ਥਾਂ ਤੇ ਰਾਜੀਵ ਸ਼ੁਕਲਾ ਆ ਰਹੇ ਨੇ। ਦੂਜੇ ਪਾਸੇ ਕਾਂਗਰਸ ਪ੍ਰਧਾਨ ਜਿਹੜੇ ਸੂਬਾ ਉਹਨਾਂ ਦੀ ਹੋ ਰਹੀ, ਤੇ ਪੰਜਾਬੀ 'ਚ ਖਾਣਾ ਹੈ ਕਿ ਕੜਛ ਬਦਲਣਾ ਨਾਲ ਬਲਟੋਆ ਹੀ ਬਦਲ ਦੋ। ਮਤਲਬ ਜਦੋਂ ਕੜਛੀ ਬਦਲਣੀ ਹੈ, ਕਹਿੰਦਾ ਕੜਛੀ ਨਾ ਬਦਲੋ, ਬਲਟੋਆ ਵੀ ਨਾਲ ਬਦਲੋ, ਨਵੀਂ ਸਭ ਕੁਝ ਆ ਜਾਏ। ਤਾਂ ਉਹ ਸਥਿਤੀਆਂ ਨੇ ਜਿਹੜੀਆਂ ਸੰਦਰਭ 'ਚ ਜੇ ਹਰੀਸ਼ ਰਾਵਤ ਜਾਣਾ ਤੇ ਦੂਜੇ ਪਾਸੇ ਕੜਛ ਕਾਹਨੂੰ ਬਦਲਣਾ, ਬਲਟੋਆ ਵੀ ਨਾਲ ਹੀ ਬਦਲ ਦੋ, ਤੇ ਬਦਲ ਦੇਣਾ ਅਗਲਿਆਂ ਨੇ। ਬਲਟੋਈ ਜਿਹੜੀ ਜਿਸ 'ਚ ਭਾਂਡਾ ਸਮਾਨ ਬਣਦਾ ਉਸ ਸੰਦਰਭ 'ਚ, ਕਿ ਜਿੱਥੇ ਸੂਬਾ ਕਾਂਗਰਸ ਪ੍ਰਧਾਨ ਦੀ ਸੁਨੀਲ ਜਾਖੜ ਸਾਹਿਬ ਨੇ ਚਾਬੀਆਂ ਤਾਂ ਪਹਿਲਾਂ ਮੇਜ਼ ਤੇ ਰੱਖੀਆਂ ਗਿਆ ਵੀ ਚਾਬੀਆਂ ਲੈ ਲਓ, ਮੈਂ ਤਾਂ ਹੁਣ ਜਾਣਾ ਚਾਹੁੰਦਾ। ਤਾਂ ਠੀਕ ਹਰੀਸ਼ ਰਾਵਤ ਉਹਨਾਂ ਦੀ ਉਹ ਕੜਛੀ ਸੀ ਜਿਹਦੇ ਨਾਲ ਉਹ ਹਿਲਾਉਂਦੇ ਸੀ ਸਾਰਿਆਂ ਨੂੰ, ਹਰੀਸ਼ ਰਾਵਤ ਰੂਪੀ ਜਿਹੜੀ ਕੜਛੀ ਸੀ ਉਹ ਹੁਣ ਬਦਲ ਦੇਣਾ। ਤੇ ਰਾਜੀਵ ਸ਼ੁਕਲਾ ਹੁਣ ਆ ਰਹੇ ਨੇ। ਪਤਾ ਲੱਗਾ ਕਿ ਜਿਸ ਤਰ੍ਹਾਂ ਸੂਤਰਾਂ ਦੇ ਅਨੁਸਾਰ ਕਿ ਉਹਨਾਂ ਨੇ ਕੈਪਟਨ ਸਾਹਿਬ ਦੇ ਨਾਲ ਲੰਚ ਵੀ ਕੀਤਾ। ਇੱਕ ਚੰਗੀ ਸੰਭਾਵਨਾ ਹੈ ਕਿ ਨਵੀਂ ਟੀਮ ਜਿਹੜੀ ਆ, ਕਹਿ ਸਕਦੇ ਕਿ ਨਵੀਂ ਟੀਮ ਆਏਗੀ, ਕਿਉਂਕਿ ਜੇਕਰ ਸੂਬਾ ਕਾਂਗਰਸ ਪ੍ਰਧਾਨ ਦੇ ਰੂਪ 'ਚ ਨਵਜੋਤ ਸਿੰਘ ਸਿੱਧੂ ਹੁੰਦੇ ਨੇ ਤਾਂ ਕੁਦਰਤੀ ਤੌਰ ਤੇ ਜਿਹੜਾ ਉੱਪਰ ਹੈ, ਜਿਹੜਾ ਇੰਚਾਰਜ ਉਹ ਵੀ ਬਦਲਿਆ ਜਾਣਾ ਸੁਭਾਵਿਕ ਹੈ, ਉਹ ਹੋ ਸਕਦਾ। ਤੇ ਬਾਕੀ ਜੇਕਰ ਰਾਜੀਵ ਸ਼ੁਕਲਾ ਤੇ ਅਸੀਂ ਗੱਲ ਕਰੀਏ ਤਾਂ ਰਾਜੀਵ ਸ਼ੁਕਲਾ ਹਰੀਸ਼ ਰਾਵਤ ਉਹਨਾਂ ਦੇ ਨਾਲੋਂ ਜੰਗ ਨੇ, ਨਵੀਂ ਸੋਚ ਵਾਲੇ ਨੇ। ਔਰ ਇਹ ਵੀ ਕਿਹਾ ਜਾਂਦਾ ਕਿ ਉਹ ਪੰਜਾਬ ਦੀ ਸਿਆਸਤ ਤੇ ਉਹਨਾਂ ਦੀ ਥੋੜੀ ਬਹੁਤੀ ਪਕੜ ਵੀ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਆ ਕੇ ਵਿੱਚ ਇੱਕ ਦੋ ਇੰਟਰਵਿਊਜ਼ ਵੀ ਕੀਤੀਆਂ ਸੀ, ਜਿਸ ਤੋਂ ਸਾਫ਼ ਪਤਾ ਲੱਗਦਾ ਸੀ ਕਿ ਪੰਜਾਬ ਦੀ ਜ਼ਿੰਦਗੀ ਬਾਰੇ ਉਹ ਚੰਗੀ ਤਰ੍ਹਾਂ ਤੇ ਭਲੀ ਭਾਂਤ ਜਾਣਦੇ। ਜੀ ਬਿਲਕੁਲ। ਸੈਕੰਡਲੀ ਉਹ ਜੇਕਰ ਉਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਉਹ ਜਿੱਥੇ ਖਿਡਾਰੀ ਨੇ ਔਰ ਦੂਜੇ ਪਾਸੇ ਪੱਤਰਕਾਰ ਨੇ, ਸਿਆਸਤਦਾਨ ਨੇ, ਮਤਲਬ ਇਹ ਤਿੰਨਾਂ ਚੀਜ਼ਾਂ ਦੀ ਜਿਹੜੀ ਆਪਸੀ ਮਿਲਗੋਬਾ ਜਿਹੜਾ ਹੈ ਉਹਨਾਂ ਦੀ ਸ਼ਖਸੀਅਤ ਖੇਡ ਦੇ ਨਾਲ ਸੰਬੰਧਿਤ ਨੇ। BCCI ਦੇ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ, IPL ਦੇ ਵਿੱਚ ਵੱਡੇ ਅਹੁਦੇ ਤੇ ਰਹਿ ਚੁੱਕੇ ਨੇ। ਜਿਹੜੀ ਖੇਡ ਦੇ ਨਾਲ ਸੰਬੰਧਿਤ ਨਵਜੋਤ ਸਿੰਘ ਸਿੱਧੂ ਨੇ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਵੀ ਖੇਡ ਤਾਂ ਜ਼ਰੂਰ ਹੋਏਗੀ। ਮੈਂ ਬਸ ਉਧਰ ਹੀ ਆ ਰਿਹਾ ਸਾਂ ਕਿ ਜੇ ਪੁਰਾਣਾ ਕੜਛ ਅਗਲਿਆਂ ਨੇ ਬਦਲਦਾ ਬਲਟੋਈ ਬਦਲ ਦੇਣੀ ਹੈ ਤਾਂ ਨਵੇਂ ਰੂਪ ਦੇ ਵਿੱਚ ਜਿਹੜੇ ਬੰਦੇ ਹੋਣਗੇ, ਇੱਕ ਦੂਜੇ ਦੀ ਸੋਚ ਦੇ ਸਮਾਨਾਂਤਰ ਬੰਦੇ ਜਿਹੜੇ ਆ ਰਹੇ ਨੇ, ਇਹ ਇੱਕ ਚੰਗਾ ਸੰਕੇਤ ਹੈਗਾ। ਦੂਸਰੇ ਬੰਨੇ ਰਾਜੀਵ ਸ਼ੁਕਲਾ ਦੀ ਜਿਹੜੀ ਸਥਿਤੀ ਹੈ ਕਿ ਉਹ ਬਤੌਰ ਪੱਤਰਕਾਰ ਉਹਨਾਂ ਦੀ ਸਾਰੀ ਪਰਸਨੈਲਿਟੀ, ਉਹਨਾਂ ਦਾ ਇੱਕ ਪ੍ਰੋਗਰਾਮ TV ਤੇ ਚੱਲਦਾ ਸੀ ਰੂਬਰੂ, ਬੜਾ ਚਰਚਿਤ ਪ੍ਰੋਗਰਾਮ ਸੀ, ਬੜੇ ਵਧੀਆ ਪਰਸਨੈਲਿਟੀਜ਼ ਨੂੰ ਉਹ ਇੰਟਰਵਿਊ ਕਰਦੇ ਰਹੇ ਨੇ। ਔਰ ਉਹ ਮੈਨੂੰ ਯਾਦ ਆ ਕਿ ਇੱਕ ਵਾਰੀ ਮੈਂ ਉਹਨਾਂ ਦੀ ਇੰਟਰਵਿਊ KPS ਗਿੱਲ ਨਾਲ ਵੀ, ਉਹਨਾਂ ਦੀ ਇੰਟਰਵਿਊ KPS ਗਿੱਲ ਦੀ ਉਹਨਾਂ ਸਮੇਂ 'ਚ ਤੂਤੀ ਬੋਲਦੀ ਮੈਂ 1995 ਦੀ ਗੱਲ, ਉਸ ਸਮੇਂ ਦੀ ਗੱਲ ਜਿਹੜੀ ਆ ਉਹ ਕਰਦਾ ਪਿਆ। ਤਾਂ ਇਹਨਾਂ ਦਾ ਜਿਹੜਾ ਪੋਲੀਟੀਕਲ ਕੈਰੀਅਰ ਹੈ ਉਹ 2 ਵਾਰੀ ਉਹ ਸੰਸਦ ਮੈਂਬਰ ਜਿਹੜੇ ਨੇ ਔਰ ਇਹਨੂੰ ਕਾਨਪੁਰ ਤੋਂ ਬਿਲੋਂਗ ਕਰਦੇ ਨੇ। ਜਿਹੜੀ ਪਰ ਵੱਡੀ ਗੱਲ ਜਿਹੜੀ ਆ ਕਿ ਉਹ ਇੱਕ ਨੌਜਵਾਨੀ ਵਰਗ ਤਾਂ ਚਲੋ ਨਹੀਂ ਕਹਿ ਸਕਦੇ, ਪਰ ਹਰੀਸ਼ ਰਾਵਤ ਹੋਣ ਨਾਲੋਂ ਥੋੜੇ ਜਿਹੇ ਉਹ ਅਸੀਂ ਕਹਿ ਸਕਦੇ ਕਿ ਜੰਗ ਨੇ। ਉਹ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ IPL ਉਸ ਕ੍ਰਿਕਟ ਦੇ ਨਾਲ ਜਿਹਦੇ ਨਾਲ ਨਵਜੋਤ ਸਿੱਧੂ ਆ। ਔਰ ਦੇਖੋ ਜੇਕਰ ਇਹੋ ਜਿਹਾ ਸਥਿਤੀਆਂ ਬਣਦੀਆਂ ਨੇ, ਖਿਡਾਰੀ ਜੇਕਰ ਮੈਦਾਨ 'ਚ ਆਉਂਦੇ ਨੇ, ਪ੍ਰਗਟ ਸਿੰਘ ਹੋਣੀ ਹਾਕੀ ਦੇ ਖਿਡਾਰੀ ਨੇ, 2 ਵਾਰੀ ਉਹ ਵੀ ਭਾਰਤੀ ਹਾਕੀ ਟੀਮ ਦੀ ਅਗਵਾਈ ਕਰ ਚੁੱਕੇ ਨੇ। ਉਹਨਾਂ ਨੇ ਵੀ ਆਪਣੇ ਹਰ ਖੇਤਰ ਦੀ ਬੁਲੰਦੀਆਂ ਦੇ ਸਿਖਰ ਨੂੰ ਛੋਇਆ ਹੈ। ਜੇਕਰ ਤੁਸੀਂ ਨਵਜੋਤ ਸਿੱਧੂ ਦੀ ਗੱਲ ਕਰੋ, ਨਵਜੋਤ ਸਿੱਧੂ ਵੀ ਆਪਣੇ ਹਰ ਖੇਤਰ 'ਚ ਜਿੱਤ ਗਏ, ਹਰ ਬੁਲੰਦੀ ਨੂੰ ਸਿਖਰ ਤੇ ਉਹਨਾਂ ਨੇ ਪਹੁੰਚ ਕੇ ਉਸ ਦਾ ਆਨੰਦ ਜਿਹੜਾ ਮਾਣਿਆ ਔਰ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ। ਜੇਕਰ ਕਰਤਾਰਪੁਰ ਕਾਰੀਡੋਰ ਦੀ ਗੱਲ ਹੋਵੇ, ਨਵਜੋਤ ਸਿੱਧੂ ਹਰ ਪਾਸੇ ਉਹਨਾਂ ਦਾ ਸ਼ਖਸੀਅਤ ਜਿਹੜੀ ਆ ਉਹ ਚੱਲਦੀ ਰਹੀ ਹੈ। ਸੋ ਇਸ ਤਰੀਕੇ ਨਾਲ ਰਾਜੀਵ ਸ਼ੁਕਲਾ ਦਾ ਜਿਹੜਾ ਆਉਣਾ ਪੰਜਾਬ ਵਾਸਤੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਚੰਗਾ ਕਦਮ ਸੰਕੇਤ ਜਿਹੜਾ ਮੰਨਿਆ ਜਾ ਸਕਦਾ। ਉਮੀਦ ਕੀਤੀ ਜਾ ਸਕਦੀ ਹੈ ਕਿ ਆਸ਼ਾ ਕੁਮਾਰੀ ਤੇ ਹਰੀਸ਼ ਰਾਵਤ ਤੋਂ ਬਿਹਤਰ ਕਾਰਗੁਜ਼ਾਰੀ ਨਿਭਾ ਸਕਣਗੇ। ਹਾਂ, ਇਹ ਕੀਤੀ ਜਾ ਸਕਦੀ ਕਿਉਂਕਿ ਹਰੀਸ਼ ਰਾਵਤ ਦਾ ਧਿਆਨ ਜਿਹੜਾ ਉਹ ਜ਼ਿਆਦਾਤਰ ਧਿਆਨ ਇਸ ਪਾਸੇ ਰਿਹਾ ਕਿ ਮੈਂ ਆਪਣੇ ਸੂਬੇ 'ਚ ਵਾਪਸ ਜਾਣਾ। ਉਹ ਪੂਰਨ ਤੌਰ ਤੇ ਆਪਣਾ ਧਿਆਨ ਜਿਹੜਾ ਪੰਜਾਬ ਦੀ ਕਾਂਗਰਸ ਦੇ ਜਿਹੜੇ ਮਸਲੇ ਸੀ ਉਹਨਾਂ ਵੱਲ ਨਹੀਂ ਜਾ ਸਕਿਆ। ਆਸ਼ਾ ਕੁਮਾਰੀ ਦੀ ਜਿਹੜੀ ਪੋਜੀਸ਼ਨ ਸੀ
ਉਹ ਕੈਪਟਨ ਦੇ ਪ੍ਰਤੀ ਜ਼ਿਆਦਾ ਝੁਕਾਅ ਸੀ ਔਰ ਧੜੇਬੰਦੀ ਨੂੰ ਜ਼ਿਆਦਾ ਉਹਨਾਂ ਨੇ ਪੈਦਾ ਕਰਨ ਦੇ ਵਿੱਚ ਆਪਣਾ ਜਿਹੜਾ ਰੋਲ ਜਿਹੜਾ ਨਿਭਾਇਆ। ਔਰ ਰਾਜੀਵ ਸ਼ੁਕਲਾ ਦੀ ਇੰਚਾਰਜ ਦੀ ਜ਼ਿੰਮੇਵਾਰੀ ਤਾਂ ਮਹੱਤਵਪੂਰਨ ਬਣ ਜਾਂਦੀ ਹੈ ਕਿਉਂਕਿ ਠੀਕ 3 ਜਾਂ 4 ਮਹੀਨਿਆਂ ਤੱਕ ਜਿਹੜੀਆਂ ਵੋਟਾਂ ਜਿਹੜੀਆਂ ਨੇ ਪੈਣ ਵਾਲੀਆਂ ਨੇ, ਤਾਂ ਉਸ ਸੰਦਰਭ 'ਚ ਜਿਹੜੇ ਸੂਬਾ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਨਿਰਧਾਰਿਤ ਕੀਤੀ ਜਾਵੇ, ਉਹਦੇ ਨਾਲ ਜਿਹੜਾ ਇੰਚਾਰਜ ਹੈ ਪੰਜਾਬ ਮਸਲੇ ਦਾ, ਉਹਦੀ ਜ਼ਿੰਮੇਵਾਰੀ ਵੀ ਸਾਹਮਣੇ ਆਉਂਦੀ ਹੈ ਕਿ ਉਹਨੇ ਕਿਸ ਤਰੀਕੇ ਨਾਲ ਆਪਣੀ ਭੂਮਿਕਾ ਨਿਭਾਈ। ਤਾਂ ਉਹਨਾਂ ਦਾ ਜ਼ਰੂਰਤ ਉਹਨਾਂ ਨੇ ਇਹ ਮਤਲਬ ਅਸੀਂ ਕਹਿ ਸਕਦੇ ਕਿ ਉਹ ਇਸ ਮੁੱਦੇ ਨੂੰ ਧਿਆਨ ਨਾਲ ਵਾਚਣਗੇ। ਉਹਨਾਂ ਦਾ ਧਿਆਨ ਇਸ ਗੱਲ ਤੇ ਹੀ ਕੇਂਦਰਿਤ ਰਹੇਗਾ ਕਿ ਕਿਸ ਤਰੀਕੇ ਨਾਲ ਉਹ ਆਪਣੇ ਅਗਵਾਈ ਦੇ ਵਿੱਚ ਜਿਹੜੀ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਸੰਕਟ ਚੱਲਦਾ ਹੈ ਉਹਨੂੰ ਹੱਲ ਕਰਨ ਤੇ ਕਿਸ ਤਰੀਕੇ ਨਾਲ ਜਿਹੜੀਆਂ ਵੱਧ ਤੋਂ ਵੱਧ ਸੀਟਾਂ ਜਿਹੜੀਆਂ ਨੇ ਉਹ ਦਵਾ ਕੇ ਪੰਜਾਬ ਕਾਂਗਰਸ ਦੀ 2022 ਦੀਆਂ ਝੋਲੀ ਚ ਪਾਉਣਗੇ। ਬਿਲਕੁਲ ਉਹ ਜਿਹੜੀ ਹੈ ਜਿੱਤ ਜੀ ਲੱਗਦਾ ਕਿ ਦੋਵੇਂ ਜਣੇ ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਆ ਕੇ ਲੰਚ ਕੀਤਾ ਪੁਰਾਣੇ ਜਾਣੂ ਨੇ, ਤੇ ਰਾਜੀਵ ਸ਼ੁਕਲਾ ਵੀ ਨਵਜੋਤ ਸਿੰਘ ਸਿੱਧੂ ਦੇ ਵੀ ਪੁਰਾਣੇ ਦੋਸਤ ਹੋ ਸਕਦੇ ਆ ਕਿਉਂਕਿ ਇੱਕੋ ਗੇਮ ਦੇ ਨਾਲ ਸੰਬੰਧਿਤ ਹੈ। ਕਾਫੀ ਲੰਬਾ ਸਮਾਂ ਇਹਨਾਂ ਨੇ ਵੀ ਕੰਮ ਕੀਤਾ, ਇਹਨਾਂ ਨੇ ਵੀ ਉੱਥੇ ਕੰਮ ਕੀਤਾ। ਕਿ ਲੱਗਦਾ ਕਿ ਇੱਕ ਨੂੰ ਮੁੱਖ ਮੰਤਰੀ ਦੇ ਰੂਪ 'ਚ ਤੇ ਇੱਕ ਨੂੰ ਪ੍ਰਧਾਨ ਦੇ ਰੂਪ ਦੇ ਵਿੱਚ ਰਾਜੀਵ ਸ਼ੁਕਲਾ ਦੋਵਾਂ ਨੂੰ ਨਾਲ ਲੈ ਕੇ ਚੱਲ ਸਕਣਗੇ ਜਾਂ ਚਲਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ? ਬਿਲਕੁਲ, ਇਹ ਤਾਂ ਸੰਭਾਵਨਾ ਬਣਦੀ ਕਿਉਂਕਿ ਇੱਕ ਨਵੀਂ ਟੀਮ ਜਦੋਂ ਦਿੱਤੀ ਜਾ ਰਹੀ ਹੈ ਔਰ ਕਾਂਗਰਸ ਹਾਈ ਕਮਾਨ ਨੇ ਜਿਹੜੇ ਆਪਣੇ ਪਿਆਦੇ ਜਿਹੜੇ ਨੇ ਸ਼ਤਰੰਜ ਦੇ ਜਿਹੜੇ ਉਹਨਾਂ ਨੇ ਗਾਂਹ ਕਰਦੇ ਤਾਂ ਪਿਆਦੇ ਬੜੇ ਸੋਚ ਸਮਝ ਕੇ ਉਹਨਾਂ ਨੇ ਗਾਂਹ ਕਰਦੇ ਆ। ਜੇਕਰ ਰਾਜੀਵ ਸ਼ੁਕਲਾ ਦੀ ਇੰਚਾਰਜ ਉਹ ਬਣਦੇ ਨੇ ਔਰ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਉਂਦੇ ਨੇ ਤਾਂ ਆਉਣ ਤੋਂ ਪਹਿਲਾਂ ਇਹ ਜ਼ਿੰਮੇਵਾਰੀਆਂ ਉਹਨਾਂ ਨੂੰ ਦੇਣ ਤੋਂ ਪਹਿਲਾਂ ਉਹਨਾਂ ਦੀ ਆਪਸੀ ਮੀਟਿੰਗ ਜਾਂ ਆਪਸੀ ਬਹੁਤ ਕੁਝ ਇਹੋ ਜਿਹਾ ਪਰਦੇ ਤੇ ਓਲੇ ਹੋਇਆ ਹੋਏਗਾ। ਕਾਂਗਰਸ ਹਾਈ ਕਮਾਨ ਨੇ ਆਪਣੇ ਇਹਨਾਂ ਪਿਆਦਿਆਂ ਤੇ ਜਿਨ੍ਹਾਂ ਦੇ ਸਿਰ ਤੇ ਉਹਨਾਂ ਨੇ ਪੂਰੀ ਸ਼ਤਰੰਜ ਦੀ ਬਾਜੀ ਜਿਹੜੀ ਹੈ 2022 ਦੀਆਂ ਚੋਣਾਂ 'ਚ ਖੇਡਣੀ ਹੈ, ਸਪੈਸ਼ਲ ਇੰਸਟਰਕਸ਼ਨਾਂ ਦੇ ਕੇ ਭੇਜੀ ਜਾਣਗੇ। ਬਿਲਕੁਲ ਉਹਨਾਂ ਨੂੰ ਦਿਸ਼ਾ ਨਿਰਦੇਸ਼ ਨਿਰਧਾਰਿਤ ਕਰਕੇ ਦਿੱਤਾ ਜਾਊਗਾ ਕਿ ਕਿਸ ਤਰੀਕੇ ਨਾਲ ਇਸ ਜਿਹੜੀ ਹੈਗੀ ਹੈ ਚੋਣਾਂ ਦੀ ਜੰਗ ਜਿਹੜੀ ਹੈ ਇਹਦੇ ਵਿੱਚ ਤੁਸੀਂ ਜਿਹੜਾ ਲੜਨਾ ਹੈਗਾ। ਸੋ ਇਹ ਤਾਂ ਆਸ ਕੀਤੀ ਜਾ ਸਕਦੀ ਹੈ ਕਿ ਜੋ ਕੁਝ ਪਿੱਛੇ ਸਮੇਂ 'ਚ ਹੋਇਆ ਧੜੇਬੰਦੀਆਂ ਆਪਸੀ ਕਾਟੋ ਕਲੇਸ਼ ਉਹਦੇ ਉੱਤੇ ਕਾਫੀ ਹੱਦ ਤੱਕ ਹੋ ਸਕਦਾ ਸੰਭਾਵਨਾ ਜਿਹੜੀ ਵਿਅਕਤ ਕੀਤੀ ਜਾ ਸਕਦੀ ਕਿਉਂਕਿ ਡਰ ਜਿਹੜਾ ਆ 2022 ਦੀਆਂ ਚੋਣਾਂ ਹੁਣ ਸਮਾਂ ਜ਼ਿਆਦਾ ਨਹੀਂ ਰਿਹਾ। ਕਿਉਂਕਿ ਕਿਹੜਾ ਵਿਅਕਤੀ ਹੋਊਗਾ ਕਿ ਜਿਹੜਾ ਸੋਚੂਗਾ ਕਿ ਹਾਂ ਭਾਈ ਇਸ ਵਕਤ ਦੀ ਗੰਗਾ ਜਿਹੜੀ ਆ ਜਿਸ ਨੂੰ ਹੱਥ ਧੋਣੇ ਫਿਰ 5 ਸਾਲ ਦੂਰ ਜਾ ਪਈ, ਜਿਹੜੇ ਸ਼ਿਕਵੇ ਸ਼ਿਕਾਇਤਾਂ ਸਭ ਭੁੱਲ ਜਾਣੇ ਨੇ, ਕਹਿਣਾ ਜੀ ਠੀਕ ਆ ਜੀ ਹਾਈਕਮਾਨ ਨੇ ਜੱਫੀਆਂ ਪਵਾਤੀਆਂ, ਮਨ 'ਚ ਸ਼ਿਕਵੇ ਫਿਰ ਵੇਖਣਾ ਕਿ 2022 ਦੀਆਂ ਚੋਣਾਂ ਤੇ ਜਿੱਤ ਕੇ ਫਿਰ ਗੁੱਸੇ ਗੇਲੇ ਕੱਢ ਲਾਂਗੇ। ਹਾਂ, ਸਭ ਕੁਝ ਅਸੀਂ ਕਹਿ ਸਕਦੇ ਕਿ ਇਹਨਾਂ ਦੋਵਾਂ ਦੀ ਟੀਮ ਦੇ ਵਿੱਚ ਕੁਝ ਚੰਗਾ ਹੋਣ ਦਾ ਸੰਕੇਤ ਜਿਹੜਾ ਪੰਜਾਬ ਵਾਸਤੇ ਸ਼ੁਰੂ। ਜੀ ਬਿਲਕੁਲ। ਕਾਰਕੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ तमाम ਖਬਰਾਂ ਦੇ ਉੱਪਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵਿਸਤਾਰਪੂਰਵਕ ਚਰਚਾ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਸਾਹਿਬ ਉਹਨਾਂ ਦੇ ਵਿਚਾਰ ਜਿਹੜੇ ਤੁਹਾਨੂੰ ਜੋ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।